नानक तेरे दर तो अज खाली कोई न जाए। गुरु नानक तेरे दर तो अज खाली कोई न जाए। याद नहीं आती घर की आदत बेटे आउंदी, हुण करिए कि जाइए कित्थे। बच्चे अमरीका विच, कुड़ी दे परिवार सारा इत्थे विआही हुई पटियाले। कदे मिल नहीं आई? ना जी कोई नहीं आया 1.5 साल विच। कभी आए नहीं बच्चे यहाँ पे, मिलने नहीं आए? नहीं, मैं किसी को दसिया ही नहीं कि मैं किथे रहनी हाँ। अपना अकेले चंगा हैगा। ਮਾਵਾਂ ਇਦਾਂ ਦੀਆਂ ਹੈਗੀਆਂ ਜਿਹੜੀਆਂ ਕਿ ਇੰਨੀਆਂ ਨਾਰਾਜ਼ ਹੋ ਗਈਆਂ, ਜਿਹੜੇ ਕਹਿੰਦੇ ਵੀ ਮਰ ਜਾਣਾ ਕਬੂਲ ਹੈ ਪਰ ਅਸੀਂ ਉਸ ਘਰ 'ਚ ਨਹੀਂ ਜਾਵਾਂਗੇ। घर जाना है घर? पर नहीं, घर नहीं जाना, इतना ही रहना। क्यों? ओल्ड एज सेंटर रहेगा इस करके यहाँ पे दिल लगाया, घर पे नहीं? दिल लगाया। घर से कोई नहीं है। हस्बैंड एक्सपायर हो गए, बच्चे अपने अपने सेटल हैं। ਮਾਤਾ ਜੀ ਕਹਿੰਦੇ ਵੀ ਮੈਂ ਚੱਲ ਕੇ ਹੀ ਆ ਗਈ ਸੀਗੀ, ਉਦੋਂ ਤੁਸੀਂ ਕੰਟੈਕਟ ਨਹੀਂ ਕੀਤਾ ਘਰਦਿਆਂ ਦੇ ਨਾਲ ਉਹਨਾਂ ਦੇ? ਨਹੀਂ ਉਹ ਤਾਂ ਸੁਣਨ ਨੂੰ ਤਿਆਰ ਨਹੀਂ ਹੈਗੇ। ਕੀਤਾ ਸੀ ਕੋਸ਼ਿਸ਼, ਬਿਲਕੁਲ ਸੁਣਨ ਨੂੰ ਤਿਆਰ ਨਹੀਂ ਹੈਗੇ ਕਿ ਸਾਡੇ ਨਾਲ ਨਾ ਗੱਲ ਕਰੋ। ਇੱਕ ਕੇਸ ਨਹੀਂ ਹੈ, ਇੱਦਾਂ ਦੇ ਬਹੁਤ ਸਾਰੇ ਕੇਸ। ਮਤਲਬ ਪ੍ਰਾਪਰਟੀਆਂ ਦੇ ਵਾਰਸ ਬਹੁਤ ਨੇ, ਪਰ ਜਿਸ ਵੇਲੇ ਬੇਵਾਸਤੇ ਲਾਚਾਰ ਹੈ, ਉਹਨਾਂ ਬੇਵਾਸਤੇ ਲਾਚਾਰ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਵਾਰਸ ਨਹੀਂ ਹੈ, ਉਹਨਾਂ ਦੀ ਪ੍ਰਾਪਰਟੀਆਂ ਦੇ ਵਾਰਸ ਹੈ। ਕਿਹੜੇ ਕਾਲਜ ਪੜ੍ਹਦੇ ਸੀ? मैं SD कॉलेज शिमला। ਐਸਡੀ ਕਾਲਜ ਸ਼ਿਮਲਾ 'ਚ ਮਾਸਟਰ ਕੀਤੀ ਹੋਈ ਹੈ ਨਾ, ਉਹ ਕੀਤੀ ਸ਼ਿਮਲੇ ਤੋਂ। ਸ਼ਿਮਲੇ ਤੋਂ ਸਾਡੇ ਕੋਲ ਸਟੂਡੈਂਟ ਜਿਹੜੇ ਆਉਂਦੇ ਆ ਨਾ, ਕਹਿੰਦੇ ਲੱਖੜ ਬਾਜ਼ਾਰ 'ਚ ਰਹਿੰਦੇ ਸੀ। ਕਿ ਕਿਹਨਾਂ ਤੋਂ ਨਾਰਾਜ਼ ਹੋ ਗਏ ਸੀ? बस बहुआ तो नाराज हुई गई थी। ਕੀ ਕਰਦੀ ਸੀ ਬਹੂ? बहुआ ने क्या करना, वो लड़ाई करती थी आपस में। ਸਾਨੂੰ ਬਾਰ-ਬਾਰ ਪੈਨਸ਼ਨ ਨੂੰ ਕਹਿੰਦੇ ਆ, ਪੈਨਸ਼ਨ ਯਾਦ ਪੈਨਸ਼ਨ ਅਸੀਂ ਸੋਚਦੇ ਵੀ ਪੈਨਸ਼ਨ ਲੱਗੀ ਹੋਈ ਹੈ ਜੀ। ਤੇ ਹੁਣ ਜਿਵੇਂ ਰੱਬ ਨੂੰ ਲੋਕ ਯਾਦ ਕਰਦੇ ਆ ਤੇ ਪੈਨਸ਼ਨ ਨੂੰ ਵੀ ਉਦਾਂ ਹੀ ਯਾਦ ਕਰਦੇ ਆ। ਵਾਰਕ ਮੈਂਬਰ ਇਹਨਾਂ ਦੇ ਆਏ, ਬੇਟੀ ਜਾਂ ਬੇਟਾ? ਬੇਟੀ ਤਾਂ ਇੱਥੇ ਸੀ। ਬੇਟੀ ਤਾਂ ਮਤਲਬ ਇਹਨਾਂ ਦੀ ਆਈ ਮਿਲਣ ਵਾਸਤੇ, ਪਰ ਇਹਨਾਂ ਨੂੰ ਯਕੀਨ ਨਹੀਂ ਆਇਆ ਕਿ ਮੈਂ ਦੁਬਾਰੇ ਉਹਨਾਂ ਹਾਲਾਤਾਂ 'ਚ ਫੇਰ ਜਾ ਸਕਦੀ ਹਾਂ। ਕਹਿੰਦਾ ਮੈਂ 1 ਸਾਲ ਦਾ ਸੀ ਜਿਸ ਵੇਲੇ ਮੇਰੀ ਮਾਂ ਜਿਹੜਾ ਟ੍ਰੀਟਮੈਂਟ ਹੋ ਰਿਹਾ ਸੀ, ਉਸ ਵੇਲੇ ਮੇਰਾ ਪਰਿਵਾਰ ਦੱਸ ਰਿਹਾ ਵੀ ਇਹ ਉੱਥੋਂ ਗੁੰਮ ਹੋ ਗਈ। ਤੇ ਉਸ ਤੋਂ ਬਾਅਦ ਕਹਿੰਦਾ ਅੱਜ ਮੇਰੀ ਉਮਰ 26 ਸਾਲ ਦੀ ਹੈ। ਕਹਿੰਦਾ ਜਿਸ ਵੇਲੇ ਮੇਰੀ ਸ਼ਾਦੀ ਸੀ ਨਾ, ਮੈਂ ਬਹੁਤ ਉੱਠ ਕੇ ਰੋਇਆ ਕਿ ਮੇਰੀ ਮਾਂ ਇਸ ਦੁਨੀਆ 'ਚ ਹੈਗੀ ਹੈ, ਜੇ ਹੈਗੀ ਹੈ ਤਾਂ ਕਿਵੇਂ ਮਿਲ ਸਕਦੀ ਹੈ। ਮਤਲਬ 26 ਸਾਲ ਦਾ ਹੋ ਗਿਆ, 25 ਸਾਲ ਬਾਅਦ ਉਹਨੂੰ ਮਾਂ ਮਿਲੀ ਤੇ ਮਾਂ ਨੂੰ ਬੇਟਾ ਮਿਲਿਆ। ਪ੍ਰਭ ਆਸਰਾ ਟਰਸਟ ਅਸੀਂ ਪਹੁੰਚੇ ਹੋਏ ਹਾਂ ਤੇ ਸਾਡੇ ਨਾਲ ਵੀਰ ਸ਼ਮਸ਼ੇਰ ਸਿੰਘ ਜੀ ਨੇ। ਵੀਰ ਜੀ, ਮਾਤਾ ਜੀ ਬਾਰੇ ਦੱਸ ਰਹੇ ਸੀ ਤੁਸੀਂ, ਕਿੱਥੋਂ ਨੇ ਇਹ? ਹਾਂਜੀ, ਵੈਸੇ ਤਾਂ ਆਪਾਂ ਜਿਹੜੀ ਜਿੱਥੋਂ ਆਪਾਂ ਪ੍ਰਭਾਵਿਤ ਹੋ ਕੇ ਗੱਲ ਕਰਦੇ ਹਾਂ ਉਹ ਤਾਂ ਹੈ ਵੀ ਜਿੱਥੋਂ ਅਸੀਂ ਆਏ ਹਾਂ ਉੱਥੋਂ ਹੀ ਇਹ ਆਏ ਹਾਂ, ਜਿੱਥੇ ਅਸੀਂ ਜਾਣਾ ਉੱਥੇ ਇਹਨਾਂ ਨੇ ਜਾਣਾ। ਪਰ ਸੰਸਾਰ ਦੇ ਵਿੱਚ ਇਹਨਾਂ ਨੇ ਜਿਹੜੀ ਆਪਣੀ ਮਾਸਟਰ ਕੀਤੀ ਹੋਈ ਹੈ ਨਾ, ਉਹ ਕੀਤੀ ਸ਼ਿਮਲੇ ਤੋਂ। ਸ਼ਿਮਲੇ ਤੋਂ ਸਾਡੇ ਕੋਲ ਸਟੂਡੈਂਟ ਜਿਹੜੇ ਆਉਂਦੇ ਆ ਨਾ, ਕਹਿੰਦੇ ਲੱਕੜ ਬਾਜ਼ਾਰ 'ਚ ਰਹਿੰਦੇ ਸੀ। ਕੱਲ੍ਹ ਸਾਡੇ ਕੋਲ ਐਮਐਸਸੀ ਵਾਲੀ ਲੜਕੀ ਆਈ, ਕਹਿੰਦੀ ਵੀ ਮੈਂ ਵੀ ਲੱਕੜ ਬਾਜ਼ਾਰ 'ਚ, ਉਹਨਾਂ ਨੂੰ ਬੜਾ ਲਗਾਅ ਵੀ ਮਤਲਬ ਇੱਥੇ ਪੜ੍ਹਦੇ ਸੀ, ਮੈਂ ਵੀ ਉੱਥੇ ਪੜ੍ਹਦੀ ਹੁੰਦੀ ਸੀ। ਅਤੇ ਉਸ ਤੋਂ ਬਾਅਦ ਫਿਰ ਇਲਾਹਾਬਾਦ ਯੂਨੀਵਰਸਿਟੀ ਦੇ ਵਿੱਚੋਂ ਇਹਨਾਂ ਨੇ ਮਤਲਬ ਇਹ ਸਾਰਾ ਕੁਛ ਮੈਰਿਜ ਤੋਂ ਪਹਿਲਾਂ ਕਾਫੀ ਅੱਛਾ ਪੜ੍ਹਦੇ ਲਿਖਦੇ ਰਹੇ। ਅਤੇ ਉਸ ਤੋਂ ਬਾਅਦ ਚਲੋ ਜੀਵਨ ਬੜਾ ਅੱਛਾ ਚੱਲਦਾ। ਜੀਵਨ ਸਾਥੀ ਦੀ ਅਚਨਚੇਤ ਜਦੋਂ ਕੱਲ੍ਹ ਵੀ ਸੰਸਾਰ ਨੂੰ ਅਲਵਿਦਾ ਕਹਿ ਗਏ, ਪਿੱਛੇ ਫਿਰ ਬੱਚੇ ਜਿਹੜੇ ਸੀ, ਬੱਚਿਆਂ ਨੇ ਬਹੁਤ ਸਮਝਣਾ ਸ਼ੁਰੂ ਕਰ ਦਿੱਤਾ। ਜਦੋਂ ਬੱਚਿਆਂ ਨੇ 1-2 ਡਾਇਲੋਗ ਐਸੇ ਯੂਜ਼ ਕਰ ਲਏ, ਫਿਰ ਮਾਤਾ ਜੀ ਦੇ ਪਹਿਲਾਂ ਤਾਂ ਸਾਨੂੰ ਬਹੁਤ ਦੇਰ ਇਹਨਾਂ ਨੇ ਦੱਸਿਆ ਹੀ ਨਹੀਂ। ਸਾਡੇ ਕੋਲ ਮਤਲਬ ਇਹ ਕੋਈ 5 ਸਾਲ ਦੇ ਕਰੀਬ ਪਹਿਲਾਂ ਆਏ ਹੋਣੇ, 5-6 ਸਾਲ ਪਹਿਲਾਂ। ਅਤੇ ਗੁਰਦੁਆਰਾ 34 ਗੁਰਦੁਆਰਾ ਸਾਹਿਬ ਦੇ ਵਿੱਚ ਚੰਡੀਗੜ੍ਹ, ਉੱਥੇ ਪਹੁੰਚ ਕੇ ਕਿਤੇ ਘਰ ਤੋਂ ਨਿਕਲੇ, ਨਾਰਾਜ਼ ਹੋ ਗਏ
ਕਿ ਮੇਰਾ ਬਸ ਹੁਣ ਇਸ ਘਰ ਦੇ ਵਿੱਚ ਕੋਈ ਨਹੀਂ ਹੈ ਤੇ ਬੱਚਿਆਂ ਨੇ ਜੇ ਮੈਨੂੰ ਇਦਾਂ ਕਿਹਾ ਤੇ ਮੈਂ ਕਦੀ ਵੀ ਇਸ ਘਰ ਦੇ ਵਿੱਚ ਨਹੀਂ ਰਹਿ ਸਕਦੀ ਹੁਣ ਇਸ ਦੇ ਨਾਲੋਂ ਤਾਂ ਮੈਨੂੰ ਲਾਈਕ ਮਰ ਜਾਣਾ ਚੰਗਾ ਹੈ ਨਾ। ਇਹਨਾਂ ਦੀ ਡਾਇਲੌਗ ਸੀ ਇਦਾਂ ਦੇ। ਕੁਝ ਪੜਾਉਂਦੇ ਵੀ ਹੁੰਦੇ, ਫਿਰ ਪੜਾਉਂਦੇ ਵੀ ਹੁੰਦੇ ਬੱਚਿਆਂ ਨੂੰ? हाँ बस थोड़ा बहुत। ਅੱਛਾ, ਕਿਹੜੇ ਕਾਲਜ ਪੜ੍ਹਦੇ ਸੀ? मैं SD कॉलेज शिमला। ਐਸਡੀ ਕਾਲਜ ਸ਼ਿਮਲਾ 'ਚ। ਅੱਛਾ, ਉੱਥੇ ਰਹਿੰਦੇ ਕਿੱਥੇ ਸੀ? मैं लड़ते थे ग्वालियर तब, अनमैरिड लाइफ थी। ਓਕੇ, ਅੱਛਾ, ਫਿਰ ਉਸ ਤੋਂ ਬਾਅਦ ਕੀ ਕੀਤਾ? उसके बाद मैंने साहित्य रत्न के लिए किया इलाहाबाद यूनिवर्सिटी से, हिंदी से हिंदी। इलाहाबाद यूनिवर्सिटी से? हाँ हिंदी, अच्छा, हिंदी से। ਵੈਰੀ ਗੁੱਡ ਵੈਰੀ ਗੁੱਡ, ਤੁਸੀਂ ਬਹੁਤ ਇੰਟੈਲੀਜੈਂਟ ਹੋ, ਹੈ ਨਾ? हाँ जी। ਚਲੋ ਹੁਣ ਇੱਥੇ ਤੁਸੀਂ ਕੁਛ ਨਾ ਕੁਛ ਬੱਚਿਆਂ ਨੂੰ ਸਿਖਾਉਂਦੇ ਹੁੰਦੇ ਆ। हाँ ਠੀਕ, ਕੋਈ ਮੁਸ਼ਕਲ ਆ ਰਹੀ? हाँ खुश कर रही हूँ। ਕੋਈ ਮੁਸ਼ਕਲ ਆ ਰਹੀ ਹੈ ਇੱਥੇ? हाँ खुश करा रही हूँ। ਮੈਂ ਕਿਹਾ ਮੁਸ਼ਕਲ ਕੋਈ ਆ ਰਹੀ? ਮੁਸ਼ਕਲ तो नहीं आ रही? नहीं कोई मुश्किल नहीं आ रही हूँ। दिल लगा हुआ है? हाँ दिल लगाए हो यार। ਅੱਛਾ, ਇਹ ਪੁੱਛ ਰਹੇ ਸੀ, ਕਹਿੰਦੇ ਇੱਕ ਵਾਰ ਗੇੜਾ ਘਰ ਮਾਰਨਾ ਮਾਤਾਵਾਂ ਦਾ ਜੇ ਦਿਲ ਕਰਦਾ। अच्छा शिमला से, कहाँ से हैं आप? शिमला से रहने। घर जाना है घर? बस नहीं घर नहीं जाना, इतना ही रहना। क्यों? ओल्ड एज सेंटर रहेगा है इस करके। यहाँ पे दिल लगा है, घर पे नहीं? दिल लगाया, घर से कोई नहीं है काम। हस्बैंड एक्सपायर हो गए, बच्चे अपने अपने सेटल हैं। कभी आए नहीं बच्चे यहाँ पे, मिलने नहीं आए? नहीं मैं किसी ने दसिया ही नहीं कि मैं कितने रहनी हूँ। अपना अकेले चंगा हैगा, ना कोई टेंशन ना कोई कुछ झिक झिक, बस यही घर है अब? हाँ इतना ही रहना। बहुत बड़ा घर, बहुत बड़ा घर है। हैं? बहुत फ्रेंड्स आपके साथ, आपके बहुत फ्रेंड है यहाँ पर? नहीं फ्रेंड्स नहीं है यहाँ पे? नहीं है फ्रेंड्स? नहीं आपका दिल कैसे लगा हुआ है? कहते बिल्कुल चंगी तरह लगे हुए हैं, कोई टेंशन नहीं हैगा, कोई कुछ नहीं हैगा। हाँ जी। ਤੇ ਫਿਰ ਜਦੋਂ ਗੁਰਦੁਆਰਾ ਸਾਹਿਬ 'ਚ ਪਹੁੰਚ ਗਏ, ਉਹ ਗੁਰਦੁਆਰਾ ਸਾਹਿਬ ਵੱਲੋਂ ਫਿਰ ਪ੍ਰਭਾਸਰਾ ਸੰਸਥਾ 'ਚ 5-6 ਸਾਲ ਪਹਿਲਾਂ ਸਾਡੇ ਕੋਲ ਦਾਖਲ ਹੋ ਗਏ। ਕਾਫੀ ਦੇਰ ਇਹਨੇ ਦੱਸਿਆ ਨਹੀਂ, ਜਦੋਂ ਦੱਸਿਆ ਤੇ ਫਿਰ ਆਹ ਚੀਜ਼ ਸਾਹਮਣੇ ਆਈ ਹੈ। ਇਹਦੇ ਨੂੰ ਗੁਰਦਾਸ ਮਾਨ ਜੀ ਹੁਣੀ ਆਏ, ਉਹਨਾਂ ਦੀ ਟੀਮ ਨੇ, ਉਹਨਾਂ ਨੂੰ ਕਾਫੀ ਉਹਨਾਂ ਨੇ ਪੁੱਛਿਆ, ਫਿਰ ਉਸ ਵੇਲੇ ਇਹਨੇ ਦੱਸ ਦਿੱਤਾ ਵੀ ਨਹੀਂ ਹੈਗੇ ਆ। ਪਰ ਉਹਨਾਂ ਨੇ ਮੈਨੂੰ ਡਾਇਲੌਗ ਹੀ ਇਦਾਂ ਦੇ ਯੂਜ਼ ਕੀਤੇ ਵੀ ਸਾਡੀ ਲਾਈਫ ਤੁਹਾਡੇ ਕਰਕੇ ਤੁਹਾਡੀ ਡਿਸਟਰਬ ਹੋ ਰਹੀ ਹੈ। ਕਹਿੰਦੀ ਮੈਂ ਲਾਈਫ ਨਹੀਂ ਡਿਸਟਰਬ ਕਰਨਾ ਚਾਹੁੰਦੀ, ਮੈਂ ਬੜੀ ਪਿਆਰ ਨਾਲ ਪਾਲੇ ਆ, ਪੜ੍ਹਾਏ ਆ, ਮੈਂ ਆਪਣੇ ਫਰਜ਼ ਨਿਭਾਏ ਆ, ਪਰ ਜੇ ਮੇਰੇ ਕਰਕੇ ਡਿਸਟਰਬ ਹੋ ਰਹੇ ਆ ਤਾਂ ਮੈਂ ਕਦੀ ਉਸ ਘਰ 'ਚ ਨਹੀਂ ਵੜਾਂਗੀ। ਹੁਣ ਬਾਰ-ਬਾਰ ਜੇ ਅਸੀਂ ਬੇਨਤੀ ਕਰਦੇ ਹਾਂ ਵੀ ਆਪਾਂ ਇੱਕ ਵਾਰ ਮਿਲ ਆਈਏ, ਤੇ ਕਹਿੰਦੀ ਵੀ ਮਰ ਜੂੰਗੀ ਪਰ ਮੈਂ ਨਹੀਂ ਜਾਣਾ। ਨਹੀਂ ਉਹ ਤਾਂ ਗੱਲ ਕਦੇ ਬਣਿਆ ਹੀ ਨਹੀਂ ਇਸ ਦਾ ਲਿੰਕ। ਮਾਤਾ ਜੀ ਇਸ ਤਰ੍ਹਾਂ ਸਾਡੇ ਕੋਲ ਕੁਝ ਮਾਵਾਂ ਇੱਦਾਂ ਦੀਆਂ ਹੈਗੀਆਂ ਜਿਹੜੀਆਂ ਕਿ ਇੰਨੀਆਂ ਨਾਰਾਜ਼ ਹੋ ਗਈਆਂ, ਜਿਹੜੇ ਕਹਿੰਦੇ ਵੀ ਮਰ ਜਾਣਾ ਕਬੂਲ ਹੈ ਪਰ ਅਸੀਂ ਉਸ ਘਰ 'ਚ ਨਹੀਂ ਜਾਵਾਂਗੇ। ਤੇ ਕੁਛ ਨੂੰ ਇੱਦਾਂ ਹੁੰਦਾ ਵੀ ਨਹੀਂ ਚਲੋ ਠੀਕ ਹੈ, ਉਸ ਵੇਲੇ ਹਾਲਾਤ ਹੁਣ ਬਦਲ ਗਏ ਹੋਣਗੇ। ਤੇ ਇਸ ਤਰ੍ਹਾਂ ਸਾਡੇ ਕੋਲ ਬਹੁਤ ਜ਼ਿਆਦਾ ਵਿਛੜੇ ਹੋਏ, ਚਿਰਾਂ ਤੋਂ ਵਿਛੜੇ ਹੋਏ, ਜਿਵੇਂ ਆਪਾਂ ਗੱਲ ਕਰਦੇ ਸੀ ਵੀ 1300 ਦੇ ਲਗਭਗ ਨਾਗਰਿਕ ਆਪਣੇ ਵਾਰਸਾਂ ਤੱਕ ਪਹੁੰਚ ਚੁੱਕੇ ਹੈ। ਤੇ ਹੁਣ ਜਿਵੇਂ ਆਪਾਂ ਮਾਤਾ ਦੀ ਉਹਨਾਂ ਦੀ ਗੱਲ ਕਰੀਏ, ਉਹਨਾਂ ਮਾਤਾ ਦੀ ਵੀ ਦਰਦ ਭਰੀ ਕਹਾਣੀ ਇੱਦਾਂ ਦੀ ਹੈ। ਹਾਂਜੀ, ਕਿੱਥੋਂ ਨੇ ਇਹ ਮਾਤਾ ਜੀ? ਕਿਹੜੀ ਜਗ੍ਹਾ ਤੋਂ? ਮਾਤਾ ਜੀ ਤਾਂ ਆਪਣਾ ਪਿੰਡ ਆਪ ਹੀ ਦੱਸ ਦਿੰਦੇ ਆ। ਮਾਤਾ ਜੀ ਕਿਹੜੇ ਪਿੰਡ ਤੋਂ? ਪਿੰਡ ਸਾਡਾ ਜੀ ਚੂਹੜ ਮਾਜਰਾ। ਚੂੜ ਮਾਜਰਾ? ਹਾਂਜੀ ਇਹ ਤਾਂ ਆਪਣਾ ਜ਼ਿਲ੍ਹਾ ਪੈਂਦਾ, ਮੋਹਾਲੀ 'ਚ ਪੈਂਦਾ? ਜੀ ਮੈਂ ਤਾਂ ਜੀ ਮੈਨੂੰ ਪਤਾ ਹੈ, ਪਰ ਚੂਹੜ ਮਾਜਰਾ ਪਿੰਡ ਹੈ। ਇਹ ਲਾਂਡਰਾਂ ਦੇ ਲਾਗੇ ਪੈਂਦਾ ਹੈ? ਹਾਂ ਲਾ ਝੰਜੇੜੀ ਹੈ ਨਹੀਂ, ਝੰਜੇੜੀ ਦੇ ਲਾਗੇ। ਝੰਜੇੜੀ ਦੇ ਲਾਗ ਬੰਨਾ ਛੰਨਾ ਸਾਡਾ। ਠੀਕ ਹੈ, ਕਿੰਨਾ ਕੁ ਵੱਡਾ ਪਿੰਡ ਹੈ? ਪਿੰਡ ਜੀ ਸੋਹਣਾ ਠੀਕ ਹੈ। ਤੁਹਾਡਾ ਨਾਮ ਕੀ ਹੈ? ਹਰਬੰਸ ਕੌਰ। ਹਰਬੰਸ ਕੌਰ, ਹਾਂਜੀ ਬਹੁਤ ਵਧੀਆ, ਬੜਾ ਪਿਆਰਾ ਨਾਮ ਹੈ। ਤੇ ਹੁਣ ਕਿੱਦਾਂ ਤੁਹਾਡੀ ਸਿਹਤ ਕਿੱਦਾਂ? ਸਿਹਤ ਜੀ ਹੈਗੀ, ਉਹਨੂੰ ਬੁਖਾਰ ਛੇਤੀ ਉਹ ਘਟਾ ਦਿੰਦਾ ਹੈ। ਹੁਣ ਤਾਂ ਠੀਕ ਹੈ ਨਾ? ਹਾਂ ਹੁਣ ਠੀਕ ਹੈ। ਤੇ ਹੁਣ ਥੋੜੀ ਐਕਸਰਸਾਈਜ਼ ਫਿਰ ਕਿਸੇ ਜੀ ਹੁਣ ਨਹੀਂ ਮਿੱਤੇ ਹੁੰਦੀ ਹੈ। ਥੋੜੀ ਹੈ ਨਾ? ਹਾਂ ਥੋੜੀ ਜਿੰਨੀ ਥੋੜੀ। ਜਿੰਨੀ ਕਿ ਵੀ ਉਹ ਕਰਵਾਉਂਦੇ ਆ ਨਾ। ਹਾਂਜੀ ਹਾਂ। ਪਹਿਲਾਂ ਤਾਂ ਫਿਰ ਹੁਣ ਤੁਸੀਂ ਅੱਗੇ ਨਾਲੋਂ ਜਿਹੜੇ ਬਿਲਕੁਲ ਤੁਸੀਂ ਕਈ ਵਾਰ ਬੈਠਣਾ ਵੀ ਮੁਸ਼ਕਲ ਹੁੰਦਾ ਸੀ, ਹਾਂ ਹੁਣ ਅੱਗੇ ਨਾਲੋਂ ਬੈਠਣ ਉੱਠਣ 'ਚ ਮੁਸ਼ਕਲ ਤੇ ਨਹੀਂ? ਨਹੀਂ ਜੀ ਇੰਨੀ ਨਹੀਂ ਪੈਂਦੀ ਹੈ, ਘੱਟ ਪੈਂਦੀ ਹੈ। ਅੱਛਾ, ਇਹਨਾਂ ਦੀ ਵੀਰ ਜੀ
ਹਾਂ ਇਹ ਮਾਤਾ ਜੀ ਬਹੁਤ ਇੱਕ ਆਪਾਂ ਤਾਂ ਇਹਨਾਂ ਨੇ ਸਾਨੂੰ ਬਾਰ-ਬਾਰ ਪੈਨਸ਼ਨ ਨੂੰ ਕਹਿੰਦੇ ਆ, ਪੈਨਸ਼ਨ ਯਾਦ ਪੈਨਸ਼ਨ ਅਸੀਂ ਸੋਚਦੇ ਆ ਵੀ ਪੈਨਸ਼ਨ ਮੇਰੀ ਪੈਨਸ਼ਨ ਲੱਗੀ ਹੋਈ ਹੈ ਜੀ ਤੇ ਹੁਣ ਜਿਵੇਂ ਰੱਬ ਨੂੰ ਲੋਕ ਯਾਦ ਕਰਦੇ ਆ ਤਾਂ ਪੈਨਸ਼ਨ ਨੂੰ ਵੀ ਉਦਾਂ ਹੀ ਯਾਦ ਕਰਦੇ ਆ। ਤੇ ਮੈਂ ਸੋਚਦਾ ਸੀ ਮੈਂ ਕਿਹਾ ਲਿਆ ਕੇ ਫਿਰ ਰੱਖੂਗੇ ਕਿੱਥੇ, ਫਿਰ ਉਹ ਟੈਨਸ਼ਨ ਹੋ ਜਾਣੀ। ਨਹੀਂ ਜੀ ਹੁੰਦੀ ਹੈ ਟੈਨਸ਼ਨ, ਘਰ ਆਪਣਾ ਹੋ ਰਿਹਾ ਅੱਛਾ ਲਿਆਉਣੀ ਹੈ ਜ਼ਰੂਰ। ਜ਼ਰੂਰ ਲਿਆਉਣੀ, ਉੱਥੇ ਦਾ ਕੀ ਫਾਇਦਾ, ਆਪਾਂ ਨੂੰ ਉਹਦਾ ਕੋਈ ਕੰਮ ਲੱਗੂ, ਅੱਛਾ ਉੱਥੇ ਦਾ ਕੀ ਫਾਇਦਾ ਚਲੋ ਹੈ। ਆਪਾਂ ਕੋਸ਼ਿਸ਼ ਕਰਦੇ ਹਾਂ। ਠੀਕ ਹੈ ਹੁਣ ਤਾਂ 30 ਸਾਲ ਲੱਗ ਗਿਆ ਜੀ, ਹੁਣ ਤਾਂ ਅੱਛਾ 3 ਸਾਲ ਹੋ ਗਏ ਮਾਤਾ ਜੀ ਇੱਥੇ ਤੁਹਾਨੂੰ? 30 ਲੱਗਿਆ ਵਾ ਜੀ, ਜੀ ਲੱਗਿਆ ਇੱਥੇ? ਜੀ ਲੱਗਿਆ ਵਾ ਘਰ ਮੰਗਣਾ। ਕੋਈ 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 ਮੁਸ਼ਕਲ ਤਾਂ ਨਹੀਂ ਆ ਰਹੀ, ਸਮੱਸਿਆ ਕੋਈ? ਕੋਈ ਮੁਸ਼ਕਲ ਕੋਈ ਨਹੀਂ ਆ ਰਹੀ ਹੈ, ਸਭ ਵਧੀਆ ਟਾਈਮ ਲੰਘ ਰਿਹਾ ਹੈ। ਮਾਤਾ ਕਿਵੇਂ ਜੀ ਦਾ ਪਹੁੰਚੇ ਹਾਂਜੀ, ਇੱਥੇ? ਇਹ ਇਹਨਾਂ ਦਾ ਬੇਟਾ ਹੈ ਬੇਟੀ ਹੈ, ਪਰ ਬੇਟਾ ਤਾਂ ਬਾਹਰ ਹੀ ਜਿਹੜਾ ਕਿ ਘਰ ਬਹੁਤ ਲੰਮੇ ਸਮੇਂ ਬਾਅਦ ਕਦੇ ਆਇਆ ਤੇ ਉਹਨੇ ਪਰਵਾਹ ਨਹੀਂ ਕੀਤੀ ਮਾਤਾ ਦੀ, ਤੇ ਬੇਟੀ ਸੀ ਆਪਣੇ ਘਰ ਦੇ ਵਿੱਚ ਇੰਨੀ ਜ਼ਿਆਦਾ ਕਹਿ ਲਓ ਵੀ ਬਿਜ਼ੀ ਹੋ ਗਈ ਹੈ ਜਿਸ ਦੇ ਵਿੱਚ ਮਾਤਾ ਦੀ ਜ਼ਿੰਮੇਵਾਰੀ ਨਹੀਂ ਲੈ ਸਕੀ। ਤੇ ਫਿਰ ਮਾਤਾ ਇਕੱਲੀ ਉੱਥੇ ਆਪਣੇ ਘਰ ਦੇ ਵਿੱਚ ਗੁਆਂਢੀਆਂ ਨੂੰ ਤਰਸ ਆਉਂਦਾ ਸੀ, ਖਾਣਾ ਖਿਲਾ ਦਿੰਦੇ ਸੀ ਤੇ ਕਈ ਵਾਰ ਦਿਨ 'ਚ ਇੱਕ ਵਾਰ ਪ੍ਰਸ਼ਾਦਾ ਰੱਖ ਦਿੱਤਾ ਤੇ ਮਾਤਾ ਵਿਚਾਰੀ ਉਹਨੂੰ ਫਿਰ ਇੰਨੀ ਜ਼ਿਆਦਾ ਕਮਜ਼ੋਰ ਹੋ ਗਈ, ਹਾਲਤ ਬਹੁਤ ਜ਼ਿਆਦਾ ਵਿਗੜ ਗਈ, ਲਾਗੇ ਖੜਨਾ ਬਹੁਤ ਮੁਸ਼ਕਲ ਹੋ ਗਿਆ। ਤੇ ਪਿੰਡ ਦੀਆਂ ਬੀਬੀਆਂ ਨੇ ਫਿਰ ਕੋਸ਼ਿਸ਼ ਕੀਤੀ ਕਿ ਉਹ ਪ੍ਰਭ ਆਸਰਾ ਸੰਸਥਾ 'ਚ ਲੈ ਕੇ ਆਈਆਂ। ਉਹ ਤਾਂ ਫਿਰ ਇੱਥੇ ਵੀ ਇੱਕਦਮ ਮਾਤਾ ਜੀ ਨੂੰ ਇਸ਼ਨਾਨ ਕਰਾਏ, ਪਰ ਲਾਗੇ ਖੜਿਆ ਨਹੀਂ ਸੀ ਜਾਂਦਾ ਕਿਉਂਕਿ ਫਿਰ ਉੱਥੇ ਇਕੱਲੀ ਸੀ ਆਪਣੇ ਘਰ ਦੇ ਵਿੱਚ। ਸਿਰਫ ਸਾਰਾ ਕੁਝ ਉਹਨਾਂ ਦੇ ਤਰਸ 'ਤੇ ਨਿਰਭਰ ਕਰਦਾ ਸੀ ਵੀ ਕਦੋਂ ਉਹ ਰੋਟੀ ਖਿਲਾ ਜਾਂਦੇ, ਤੇ ਉਸ ਦੇ ਨਾਲ ਇਹਨਾਂ ਦੀ ਜ਼ਿੰਦਗੀ ਕੁਝ ਚੱਲਦੀ ਰਹੀ। ਜਿਹੜੇ ਪਰਿਵਾਰਕ ਮੈਂਬਰ ਇਹਨਾਂ ਦੇ ਆਏ, ਬੇਟੀ ਜਾਂ ਬੇਟਾ? ਬੇਟੀ ਤਾਂ ਇੱਥੇ ਸੀ। ਬੇਟੀ ਤਾਂ ਮਤਲਬ ਇਹਨਾਂ ਦੀ ਆਈ ਮਿਲਣ ਵਾਸਤੇ, ਪਰ ਇਹਨਾਂ ਨੂੰ ਯਕੀਨ ਨਹੀਂ ਆਇਆ ਕਿ ਮੈਂ ਦੁਬਾਰੇ ਉਹਨਾਂ ਹਾਲਾਤਾਂ 'ਚ ਫੇਰ ਜਾ ਸਕਦੀ ਹਾਂ। ਉਹੀ ਜਿਵੇਂ ਕਿ ਨਾ ਇਨਸਿਕਿਉਰਿਟੀ, ਡਰ ਮਨ ਦੇ ਵਿੱਚ ਕਿ ਮੈਂ ਦੁਬਾਰੇ ਤਾਂ ਨਹੀਂ ਉਹੋ ਜਿਹੇ ਹਾਲਾਤਾਂ 'ਚ ਚਲੀ ਜਾਊਂਗੀ। ਤੇ ਇਕੱਲੇ ਰਹਿ ਗਏ ਸੀ, ਕੋਈ ਨਹੀਂ ਸੀ, ਬਸ ਤਰਸ ਆਉਂਦਾ ਸੀ, ਕੋਈ ਰੋਟੀ ਖਿਲਾਉਂਦਾ ਸੀ, ਨਹੀਂ ਪਏ ਸੀ ਉੱਥੇ ਇਕੱਲੇ। ਉਸ ਕਰਕੇ ਫਿਰ ਇਹ ਮਤਲਬ ਕਹਿ ਲਓ ਵੀ ਹੌਸਲਾ ਨਹੀਂ ਪੈਂਦਾ ਕਿ ਮੈਂ ਉਸ ਘਰ ਦੇ ਵਿੱਚ ਹੁਣ ਇਕੱਲੀ ਦੁਬਾਰੇ ਫੇਰ ਰਹਾਂਗੀ। ਇਹ ਬੜੇ ਦੁੱਖ ਦੀ ਗੱਲ ਹੈਗੀ ਕਿ ਜਿਹਨਾਂ ਨੇ ਪਾਲ ਕੇ ਪੜ੍ਹਾ ਕੇ ਸਾਨੂੰ ਵੱਡੇ ਕੀਤਾ, ਅੱਜ ਅਸੀਂ ਆਪਣੇ ਪੈਰਾਂ 'ਤੇ ਖੜ੍ਹੇ ਹਾਂ, ਪਰ ਉਹ ਸਾਨੂੰ ਅੱਜ ਮਾਪੇ ਸਾਡੇ ਬੋਝ ਲੱਗਣ ਲੱਗ ਗਏ। ਇਹ ਬਹੁਤ ਦੁਖਦਾਈ ਗੱਲ ਹੈ। ਅਸੀਂ ਵੀ ਬਜ਼ੁਰਗ ਹੋਣਾ ਸਾਰਿਆਂ ਨੇ, ਤੇ ਮੈਂ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਕਰਨਾ ਹੈ ਵੀ ਜਿਨ੍ਹਾਂ ਨੇ ਸਾਨੂੰ ਇੰਨੀ ਮਿਹਨਤ ਨਾਲ ਆਪਣੇ ਕਹਿ ਲਓ ਵੀ ਖੂਨ ਪਸੀਨੇ ਦੀ ਕਮਾਈ, ਆਪਣੀ ਸਾਰੀ ਜੀਵਨ ਲਾ ਕੇ ਸਾਨੂੰ ਆਪਣੇ ਪੈਰਾਂ 'ਤੇ ਖੜ੍ਹੇ ਕਰਨ ਦੇ ਕੈਪੇਬਲ ਬਣਾਇਆ ਹੁੰਦਾ ਨਾ, ਵੀ ਉਹਨਾਂ ਨੂੰ ਵੀ ਜੇ ਆਪਾਂ ਬੋਝ ਸਮਝਣ ਲੱਗ ਜਾਈਏ ਤੇ ਮੈਨੂੰ ਲੱਗਦਾ ਵੀ ਸਾਨੂੰ ਬਹੁਤ ਸਾਡਾ ਮੈਂਟਲ ਹੈਲਥ ਔਰ ਸਾਡੀ ਜਿਹੜੀ ਹੈਗੀ ਸਾਡੇ ਇਨਸਾਨ ਹੋਣ 'ਤੇ ਬਹੁਤ ਵੱਡੇ ਕੁਐਸਚਨ ਮਾਰਕ ਹੈ। ਤੇ ਅਸੀਂ ਵੀ ਤਾਂ ਬਜ਼ੁਰਗ ਹੋਣਾ ਹੈ। ਤੇ ਗੱਲ ਇੱਕ ਵਾਰ ਮੈਨੂੰ ਯਾਦ ਆ ਗਈ, ਤੇ ਜਦੋਂ ਇੱਕ ਬੇਟਾ ਜਿਹੜਾ ਸੀ ਉਹਨੂੰ ਉਹਨਾਂ ਦੇ ਮਦਰ ਫਾਦਰ ਸਕੂਲ ਛੱਡ ਕੇ ਆਉਂਦੇ ਸੀ, ਤੇ ਸਮਾਂ ਬੀਤਦਾ ਗਿਆ, ਬੇਟਾ ਵੀ ਵੱਡਾ ਹੁੰਦਾ ਗਿਆ, ਬਹੁਤ ਫਟਾਫਟ ਉਹਨਾਂ ਨੇ ਆਪਣੀ ਜੌਬ 'ਤੇ ਵੀ ਜਾਣਾ ਤੇ ਬੇਟੇ ਨੂੰ ਸਕੂਲ ਛੱਡ ਕੇ ਆਉਣਾ। ਤੇ ਇੱਕ ਦਿਨ ਫਿਰ ਉਹ ਕਹਿੰਦੇ ਪਿਤਾ ਜੀ ਕਹਿੰਦੇ ਤੁਸੀਂ ਬੇਟੇ ਯਾਦ ਰੱਖੋਗੇ ਕਿੰਨੀ ਮਿਹਨਤ ਕਰਕੇ ਹੁਣ ਤੁਹਾਨੂੰ ਅਸੀਂ ਸਕੂਲ ਭੇਜਦੇ ਹਾਂ, ਕੀ ਕਰਦੇ? ਕਹਿੰਦੇ ਹਾਂ ਮੈਂ ਯਾਦ ਰੱਖਾਂਗਾ, ਤੁਸੀਂ ਮੇਰੀ ਹੈਲਪ ਕੀਤੀ ਹੈ। ਤੇ ਕਹਿੰਦੇ ਮੈਂ ਤੇਰੇ ਬੂਟ ਵੀ ਪਾਲਿਸ਼ ਕਰਦਾ, ਤੁਹਾਨੂੰ ਯਾਦ ਹੈ? ਕਹਿੰਦੇ ਹਾਂ। ਕਹਿੰਦੇ ਤੁਸੀਂ ਮੇਰੇ ਸ਼ੁਰੂ ਤੋਂ ਬੂਟ ਪਾਲਿਸ਼ ਕਰਦੇ ਰਹੇ। ਕਹਿੰਦੇ ਮੈਂ ਵੀ ਆਪਣੇ ਬੱਚਿਆਂ ਦੇ ਕਰਾਂਗਾ। ਕਹਿੰਦੇ ਸਾਡਾ ਵੀ ਧਿਆਨ ਰੱਖੇਂਗਾ? ਕਹਿੰਦੇ ਨਹੀਂ। ਕਹਿੰਦੇ ਕਿਉਂ? ਕਹਿੰਦੇ ਤੁਸੀਂ ਤਾਂ ਮੇਰੀ ਉਹ ਹੈਲਪ ਕੀਤੀ ਹੈ, ਮੈਂ ਦਾਦਾ ਦਾਦੀ ਤਾਂ ਦੇਖੀ ਨਹੀਂ ਘਰ ਦੇ ਵਿੱਚ ਕਦੀ। ਮਤਲਬ ਬੇਟੇ ਨੂੰ ਸਿਖਾਇਆ ਕਿ ਇਹ ਬੇਟੇ ਦੀ ਹੈਲਪ ਕੀਤੀ, ਕਹਿੰਦਾ ਮੈਂ ਆਪਣੇ ਬੱਚੇ ਦੀ ਹੈਲਪ ਤਾਂ ਕਰਾਂਗਾ ਹੀ। ਤੇ ਇਸ ਕਰਕੇ ਮੈਂ ਜਦੋਂ ਕਹਿੰਦਾ ਵੀ ਦਾਦਾ ਦਾਦੀ ਘਰ ਵੀ ਨਹੀਂ ਵੇਖੇ, ਤੇ ਮੈਂ ਫਿਰ ਕਹਿੰਦਾ ਵੀ ਮਤਲਬ ਤੁਸੀਂ ਮੈਨੂੰ ਸਿਖਾਇਆ ਹੀ ਨਹੀਂ ਹੈਗਾ। ਤੇ ਮੇਰਾ ਕਹਿਣ ਦਾ ਮਤਲਬ ਅੱਜ ਕੱਲ੍ਹ ਬੱਚਿਆਂ ਨੂੰ ਜੋ ਇਹ ਵੀ ਚੀਜ਼ ਵੱਡੇ ਪੱਧਰ ਤੇ ਐਜੂਕੇਸ਼ਨ ਦੇ ਵਿੱਚ ਸਿਖਾਉਣ ਦੀ ਲੋੜ ਹੈਗੀ ਹੈ, ਘਰ ਤੋਂ ਹੀ ਸਿਖਾਉਣ ਦੀ ਲੋੜ ਹੈਗੀ ਹੈ ਕਿ ਉਹਨਾਂ ਦੇ ਅੰਦਰ ਇਨਸਾਨੀਅਤ ਕਦਰਾਂ ਕੀਮਤਾਂ ਇਸ ਕੀਮਤ ਤੱਕ ਹੋਣ, ਤਾਂ ਕਿ ਉਹਨਾਂ ਦੇ ਅੱਗੇ ਸਾਹਮਣੇ ਕੋਈ ਵੀ ਜਿਹੜੇ ਉਹਨਾਂ ਦੇ ਆਪਣੇ ਹੈਗੇ ਆ ਉਹਨਾਂ ਪ੍ਰਤੀ ਤਾਂ ਉਹਨਾਂ ਦਾ ਆਪਣਾ ਧਰਮ ਬਣਦਾ ਹੀ ਹੈ। ਹੋਰ ਵੀ ਗੁਆਂਢ ਦੇ ਵਿੱਚ ਕੋਈ ਵੀ ਇਨਸਾਨ ਜਿਹੜਾ ਲੋੜਵੰਦ ਹੋਵੇ ਉਹਦੇ ਪ੍ਰਤੀ ਵੀ ਉਹਨਾਂ ਦੇ ਅੰਦਰਲਾ ਇਨਸਾਨ ਕਮ ਸੇ ਕਮ ਇੰਨਾ ਕੁ ਜ਼ਮੀਰ ਜਿਉਂਦੀ ਹੋਵੇ ਕਿ ਉਹਦੇ ਦੁੱਖ ਵੰਡਾ ਸਕਣ। ਮੈਂ ਚਾਹੂੰਗਾ ਵੀ ਅੱਗੇ ਵੀ ਜਿਹੜੇ ਹੋਰ ਵੀ ਹਾਂ ਬਹੁਤ ਸਾਰੇ ਲਾਈਕ ਭੈਣਾਂ ਜਿਹੜੀਆਂ ਜਾਂ ਮਾਤਾਵਾਂ ਜਿਹੜੇ ਜੀ ਦੇਖ ਰਹੇ ਹਾਂ ਜੀ ਤਾਂ ਤੁਸੀਂ ਗੱਲ ਕਰ ਰਹੀ ਸੀ ਕਿ 1300 ਦੇ ਮੈਡਮ ਨੂੰ ਕਹਿਤਾ ਮੈਂ ਚਿੱਠੀ ਲਿਖ ਦਾਂ। ਚਿੱਠੀ ਲਿਖ ਦੇਣਗੇ। ਦੀਪਾ ਮੈਡਮ ਇਹਨਾਂ ਨੂੰ ਲਿਖਣੀ ਹੈ ਚਿੱਠੀ? ਦੀਪਾ ਮੈਡਮ ਨੂੰ ਕਿਹਾ ਸੀ। ਚਿੱਠੀ 'ਚ ਕੀ ਲਿਖਦੀ ਹੈ ਦੱਸੋ? ਚਿੱਠੀ 'ਚ ਲਿਖ ਦੋ ਮੈਨੂੰ ਘਰ ਇੱਥੇ ਨਹੀਂ ਰਹਿਣਾ ਹੈਗਾ, ਮੈਂ ਘਰ ਜਾਣਾ। ਵੀ ਮੈਨੂੰ ਹੁਣ ਘਰ ਦੀ ਯਾਦ ਆਉਂਦੀ, ਘਰ ਲੈ ਜਾਓ। ਉਹ ਐਦਾਂ ਕਿਉਂ ਕਰਕੇ ਘਰ ਉਹਨਾਂ ਨੇ ਕਿਉਂ ਮਤਲਬ ਫਿਰ ਨਿਕਲਿਆ ਸੀ? ਪਤਾ ਨਹੀਂ ਕਾਤੇ ਛੱਡ ਗਏ। ਮੈਂ ਪਤਾ ਕਰਦਾ। ਉਹ ਨਾਰਾਜ਼ ਹੋ ਗਏ ਸੀ? ਨਹੀਂ ਫਿਰ ਐਦਾਂ ਕਿਵੇਂ ਹੋ ਗਿਆ? ਉਦੋਂ ਹੀ ਛੱਡ ਗਏ। ਅੱਛਾ
ਐਵੇਂ ਹੀ ਛੱਡ ਗਏ ਹਾਂ। ਕੋਈ ਨਹੀਂ, ਦੁਬਾਰਾ ਚਿੱਠੀ ਲਿਖ ਕੇ ਪਾਉਂਦੇ ਆ ਵੀ ਭਾਈ ਜਲਦੀ ਜਲਦੀ ਆਓ। ਭਾਈ ਨਹੀਂ ਲੈ ਨਹੀਂ ਆਂਦਾ ਨਹੀਂ ਮੈਂ ਹੁਣ ਆਪਾਂ ਡੀਸੀ ਨੂੰ ਮੈਂ ਭਾਈ ਨਹੀਂ ਆ ਲੈ ਨਹੀਂ ਆਂਦੇ ਡੀਸੀ ਨੂੰ ਲਿਖ ਕੇ ਦਿੰਦੇ ਆ ਵੀ ਡੀਸੀ ਸਾਹਿਬ ਜਲਦੀ ਭੇਜੋ। ਭਾਈ ਨਹੀਂ ਆਂਦੇ ਕਾਲ ਨਹੀਂ ਆਂਦੇ ਅੱਛਾ ਠੀਕ ਹੈ, ਮੈਂ ਕਹਿੰਦਾ ਹੈ ਆਪਾਂ ਜੱਜ ਸਾਹਿਬ ਕੋਲ ਵੀ ਕੇਸ ਦਿੰਦੇ ਆ। ਮੈਂ ਮੰਮੀ ਨਹੀਂ ਆਂਦੀ ਮੰਮੀ ਨਹੀਂ ਆਂਦੀ ਤਾਂ ਕਈ ਜਿਹੜੇ ਲੋਕ ਇੱਥੇ ਰਹਿੰਦੇ ਨੇ ਵੱਖ-ਵੱਖ ਥਾਵਾਂ ਤੋਂ ਆਏ ਹੋਏ ਨੇ, ਤਾਂ ਵੀਰ ਜੀ ਤੁਸੀਂ ਕਹਿ ਰਹੇ ਸੀ ਕਿ 1300 ਦੇ ਕਰੀਬ ਜਿਹੜੇ ਲੋਕ ਘਰ ਚਲੇ ਗਏ। ਵਾਰਸ ਮਿਲ ਗਏ ਜਿਨ੍ਹਾਂ ਦੇ, ਤੇ ਉਹ ਬਹੁਤ ਕਈ ਤੇ ਚੰਡੀਗੜ੍ਹ ਹੁਣ ਵੀ ਮੈਨੂੰ ਫੋਨ ਆ ਰਿਹਾ ਸੀ, ਵਿੱਚ ਮਿਸ ਹੋ ਗਿਆ ਉਧਰ ਜਦ ਆਪਾਂ ਗੱਲ ਕਰਨ ਲੱਗੇ ਸੀ। ਤੇ ਉਸ ਵੇਲੇ ਮਤਲਬ ਜਿਹੜੇ ਇੰਪਰੂਵ ਹੋਏ ਆ ਹੁਣ ਚੰਡੀਗੜ੍ਹ ਆਪਣੀਆਂ ਕੋਠੀਆਂ 'ਚ ਰਹਿੰਦੇ ਆ। 45 ਸੈਕਟਰ ਉਹਨਾਂ ਦੀ ਆਪਣੀ ਕੋਠੀ ਹੈ, ਜਿਹੜੇ ਕਿ ਇੱਕ ਦਿਨ ਸੜਕ ਤੋਂ ਮਿਲੇ ਸੀ, ਬਹੁਤ ਤਰਸਯੋਗ ਹਾਲਤ ਸੀ। ਤੇ ਫਿਰ ਇੰਪਰੂਵ ਹੋ ਜਾਂਦੇ ਬੜੀ ਜਲਦੀ। ਜਿਨ੍ਹਾਂ ਵਿੱਚ IAS ਆਫੀਸਰ ਹੈ, ਜਿਨ੍ਹਾਂ ਦੇ ਵਿੱਚ ਇੱਥੇ ਸਾਡੇ ਕੋਲ ਇਹਨਾਂ ਵਰਿੰਡਿਆਂ ਦੇ ਵਿੱਚ ਹੀ, ਤੇ ਪ੍ਰੋਫੈਸਰ ਜਿਨ੍ਹਾਂ ਨੇ ਥੋੜ੍ਹੀ ਦੇਰ ਬਾਅਦ ਹੀ ਮਤਲਬ ਕਹਿ ਲਓ ਵੀ ਸਾਡੇ ਕੋਲ ਪਾਗਲ ਕਹਿ ਕੇ ਇੱਥੇ ਦਾਖਲ ਕਰਵਾ ਕੇ ਲਾਂਡਰਾਂ ਤੋਂ ਪ੍ਰਸ਼ਾਸਨ, ਤੇ ਥੋੜ੍ਹੇ ਟ੍ਰੀਟਮੈਂਟ ਨਾਲ ਇੰਪਰੂਵ ਹੋ ਕੇ ਫਿਰ ਉਹਨੂੰ ਫੋਨ ਨੰਬਰ ਯਾਦ ਆ ਗਿਆ। ਤੇ ਉਸੇ ਵੇਲੇ ਬ੍ਰਦਰ ਭੇਜਿਆ ਆਇਆ ਉਹਨਾਂ ਦਾ, ਤੇ ਉਸ ਵੇਲੇ ਕਿਵੇਂ ਗਲੇ ਲਾ ਕੇ ਮਿਲੇ ਤੇ ਅਥਰੂ ਬਹਾ ਕੇ। ਤੇ ਉਹ ਕਹਿੰਦੇ ਵੀ ਮੈਂ ਕਿਹਾ ਕਾਰਨ ਕੀ ਹੋਇਆ? ਕਹਿੰਦੇ ਮਦਰ ਦੀ ਅਚਨਚੇਤ ਡੈਥ ਹੋ ਗਈ। ਇਹਨੇ ਅਚਨਚੇਤ ਡੈਥ ਬਰਦਾਸ਼ਤ ਨਹੀਂ ਕਰ ਸਕੀ, ਕਾਫੀ ਸਟ੍ਰੈਸ ਲੈ ਲਿਆ। ਕਹਿੰਦੇ ਕਾਲਜ ਗਈ ਸੀ, ਵਾਪਸ ਨਹੀਂ ਆਈ। ਮੈਂ ਕੀ ਕਰਦੀ ਕਾਲਜ? ਕਹਿੰਦੇ ਇਹਨੇ MSc ਜੂਲੋਜੀ ਕੀਤੀ, ਹੁਣੇ ਲੈਕਚਰਰ ਲੱਗੀ ਸੀ। ਮਤਲਬ ਉਹ ਇੰਨੀ ਬੇਸਬਰੀ ਨਾਲ ਲੱਭ ਰਿਹਾ ਸੀ, ਪੁਲਿਸ ਰਿਪੋਰਟ, ਇਸ਼ਤਿਹਾਰ, ਅਖਬਾਰਾਂ ਦੀਆਂ ਕਟਿੰਗਸ। ਬਹੁਤ ਲੋਕਾਂ ਨੇ ਸਾਨੂੰ ਦੱਸਿਆ ਜਿਹੜੇ ਕਿ ਕਈ ਗੱਡੀਆਂ ਲੈ ਕੇ ਲੱਭ ਰਹੇ ਸੀ, ਇੱਦਾਂ ਹੀ MBBS ਡਾਕਟਰ ਕਈਆਂ ਦੇ। ਇੱਕ ਵਾਰ ਸਾਡੇ ਕੋਲ ਜਦੋਂ ਸਾਨੂੰ ਖਰੜ ਤੋਂ ਮਿਲੀ ਸੀ ਉਹ ਬੀਬੀ, ਤੇ ਉਸ ਦੀ ਟ੍ਰੀਟਮੈਂਟ 6 ਸਾਲ ਚੱਲਿਆ, ਤੇ ਫਿਰ ਉਹਦੀ ਯਾਦਾਸ਼ਤ ਵਾਪਸ ਆਈ। ਉਹਦੀ ਲੜਕੀ ਜਦੋਂ ਸਾਡੇ ਕੋਲ ਪਹੁੰਚੀ ਹੈ, ਉਹ ਬਹੁਤ ਜ਼ਿਆਦਾ ਮਤਲਬ ਕਹਿ ਲਓ ਉਹਨੂੰ ਹੈਰਾਨ ਹੋਈ ਕਿ ਮੇਰੀ ਮਾਂ ਇਸ ਦੁਨੀਆ 'ਤੇ ਹੈਗੀ। ਕਹਿੰਦੀ ਪਿਛਲੇ ਸਾਲ ਹੀ ਅਸੀਂ 10 ਸਾਲ ਬਾਅਦ ਇਹਨਾਂ ਦੀਆਂ ਅੰਤਿਮ ਰਸਮਾਂ ਅਦਾ ਕੀਤੀਆਂ ਸੀ। 10 ਸਾਲ ਪਤਾ ਹੀ ਨਹੀਂ ਲੱਗਿਆ ਪਤਾ ਕਿੱਥੇ ਨਹੀਂ ਨੇ। ਲੱਗਿਆ ਹੁਣ ਅਸੀਂ ਮੈਂ ਇਹ ਸਮਝ ਕੇ ਕਿ ਇਸ ਦੁਨੀਆ 'ਤੇ ਨਹੀਂ ਹੈਗੇ, ਮੇਰੀ ਮਾਂ ਦੁਨੀਆ 'ਤੇ ਨਹੀਂ ਹੈਗੀ। ਕਹਿੰਦੀ ਅਸੀਂ ਅੰਤਿਮ ਰਸਮਾਂ ਪਿਛਲੇ ਸਾਲ ਹੀ ਅਦਾ ਕੀਤੀਆਂ। ਇੱਦਾਂ ਹੀ ਜਦੋਂ ਇੱਕ ਬੱਚਾ ਮਤਲਬ ਇੱਕ ਬੇਟਾ, ਉਹਦੀ ਮਦਰ ਜਿਹੜੀ ਸੀ ਸਾਡੇ ਕੋਲ ਇੱਧਰੋਂ ਦਾਊਂ ਗੁਰਦੁਆਰਾ ਸਾਹਿਬ ਸੁਣਿਆ ਹੋਣਾ, ਉੱਥੇ ਖੇਤਾਂ ਦੇ ਵਿੱਚ ਪਈ ਸੀ, ਤੇ ਇੱਦਾਂ ਹੀ ਡਿਪਰੈਸ਼ਨ ਕਰਕੇ ਚੱਲਦੇ ਤੇ ਉੱਥੇ ਬਹੁਤ ਜ਼ਿਆਦਾ ਹਾਲਤ ਖਰਾਬ ਸੀ ਫਿਜ਼ੀਕਲੀ ਉਹਨਾਂ ਦੀ। ਤੇ ਉਹ ਜਦੋਂ ਸਾਡੇ ਕੋਲ ਦਾਖਲ ਹੋਈ, 3 ਸਾਲ ਟ੍ਰੀਟਮੈਂਟ ਚੱਲਿਆ ਸਾਡੇ ਕੋਲ, ਤੇ ਫਿਰ ਉਹਦੀ ਯਾਦਾਸ਼ਤ ਹੋਈ ਵਾਪਸ ਆਈ ਸੀ ਪੁਲਿਸ ਸਟੇਸ਼ਨ, ਤੇ ਉੱਥੇ ਉਹਦਾ ਸਾਰਾ ਬਾਇਓਡਾਟਾ ਭੇਜਿਆ ਜਿਵੇਂ ਇਹਨਾਂ ਦਾ ਭੇਜ ਰਹੇ ਆ। ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਨੂੰ ਐਡਰੈਸ ਇਹ ਬਿਲਕੁਲ ਕਲੀਅਰ ਹੈ। ਤੇ ਉਹਨਾਂ ਨੇ ਬੇਟੇ ਨਾਲ ਗੱਲ ਕੀਤੀ, ਬੇਟਾ ਆਪਣੇ ਪਰਿਵਾਰ ਨੂੰ ਲੈ ਕੇ ਸਾਡੇ ਕੋਲ ਪਹੁੰਚ ਗਿਆ ਬੜੀ ਜਲਦੀ। ਤੇ ਉਹ ਕਿੱਦਾਂ ਰੋ ਕੇ ਅਥਰੂ ਬਹਾ ਕੇ ਮਿਲਿਆ। ਤੇ ਉਸ ਤੋਂ ਬਾਅਦ ਜਦੋਂ ਅਸੀਂ ਪੁੱਛਿਆ, ਕਹਿੰਦਾ ਮੈਂ 1 ਸਾਲ ਦਾ ਸੀ ਜਿਸ ਵੇਲੇ ਮੇਰੀ ਮਾਂ ਜਿਹੜਾ ਟ੍ਰੀਟਮੈਂਟ ਹੋ ਰਿਹਾ ਸੀ, ਉਸ ਵੇਲੇ ਮੇਰਾ ਪਰਿਵਾਰ ਦੱਸ ਰਿਹਾ ਵੀ ਇਹ ਉੱਥੋਂ ਗੁੰਮ ਹੋ ਗਈ। ਤੇ ਉਸ ਤੋਂ ਬਾਅਦ ਕਹਿੰਦਾ ਅੱਜ ਮੇਰੀ ਉਮਰ 26 ਸਾਲ ਦੀ ਹੈ। ਕਹਿੰਦਾ ਜਿਸ ਵੇਲੇ ਮੇਰੀ ਸ਼ਾਦੀ ਸੀ ਨਾ, ਮੈਂ ਬਹੁਤ ਉੱਠ ਕੇ ਰੋਇਆ ਕਿ ਮੇਰੀ ਮਾਂ ਇਸ ਦੁਨੀਆ 'ਚ ਹੈਗੀ ਹੈ, ਜੇ ਹੈਗੀ ਹੈ ਤਾਂ ਕਿਵੇਂ ਮਿਲ ਸਕਦੀ ਹੈ। ਮਤਲਬ 26 ਸਾਲ ਦਾ ਹੋ ਗਿਆ। 25 ਸਾਲ ਬਾਅਦ ਉਹਨੂੰ ਮਾਂ ਮਿਲੀ ਤੇ ਮਾਂ ਨੂੰ ਬੇਟਾ ਮਿਲਿਆ। ਤੇ ਇਦਾਂ ਲੱਗ ਰਿਹਾ ਸੀ ਉਹਨਾਂ ਨੂੰ ਵੀ ਸ਼ਾਇਦ ਇਸ ਦੁਨੀਆ 'ਤੇ ਹੈ ਹੀ ਨਹੀਂ। ਤੇ ਇਹੋ ਜਿਹੀਆਂ ਮਤਲਬ 25 ਸਾਲ ਔਰਤ ਸਾਡੇ ਦੇਸ਼ ਦੀ ਸੜਕਾਂ 'ਤੇ ਰੁਲੇ। ਤੇ ਮੈਨੂੰ ਲੱਗਦਾ ਸਾਨੂੰ ਆਪਣੇ ਸਿਸਟਮ ਜਿਹੜਾ ਹੈਗਾ ਉਹਨੂੰ ਹੋਰ ਅੱਛੇ ਢੰਗ ਨਾਲ ਬਣਾਉਣਾ ਚਾਹੀਦਾ ਹੈ, ਵੀ ਉਹ ਆਇਡੈਂਟੀਫਾਈ ਕਰਕੇ ਜਿਹੜੇ ਵਿਚਾਰੇ ਏਮਲੈਸਲੀ ਸਾਡੇ ਸਮਾਜਿਕ ਪਰਿਵਾਰ ਦੇ ਮੈਂਬਰ ਸੜਕਾਂ 'ਤੇ ਰੁਲ ਜਾਂਦੇ ਆ, ਘਰ ਦੇ ਰਸਤੇ ਭੁੱਲ ਜਾਂਦੇ ਆ, ਕਈ ਕੋਠੀਆਂ 'ਚ ਪਏ ਤੜਫੀ ਜਾਂਦੇ ਆ। ਬਹੁਤ ਸਾਰੀਆਂ ਦਰਦ ਭਰੀਆਂ ਕਹਾਣੀਆਂ ਹੈਗੀਆਂ। ਕਈਆਂ ਨੇ ਲਵਾਰਸ ਕੇ ਸਾਡੇ ਕੋਲ ਦਾਖਲ ਕਰਵਾ ਦਿੱਤਾ, ਤੇ ਪੁਲਿਸ ਰਿਪੋਰਟ ਕਰਾ ਕੇ ਵੀ ਉਹਨੂੰ ਵੀ ਇਹ ਲਵਾਰਸ ਹੈ, ਪਰ ਜਿਸ ਅਸੀਂ ਫਟਾਫਟ ਉਹਨੂੰ ਹਸਪੀਟਲ ਸ਼ਿਫਟ ਕਰ ਦਿੱਤਾ। ਪੈਰਾਲਾਈਸਿਸ ਹੋਇਆ ਸੀ, ਤੇ ਹਸਪੀਟਲ ਜਦੋਂ ਇੰਪਰੂਵ ਹੋਏ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਹਾਨੂੰ ਯਾਦ ਆਇਆ ਤੁਸੀਂ ਕਿੱਥੋਂ ਦੇ ਰਹਿਣ ਵਾਲੇ? ਕਹਿੰਦੇ ਨਵਾਂ ਸ਼ਹਿਰ ਦਾ। ਇੱਦਾਂ ਕਈ ਲੁਧਿਆਣੇ ਦੇ ਕੀ ਚਮਕੌਰ ਸਾਹਿਬ ਦੇ ਕੀ ਕਈ ਜਗ੍ਹਾ ਤੋਂ ਇੱਦਾਂ ਵਾਰਸ ਜਿਹੜੇ ਹੈਗੇ ਸੀ, ਉਹਨਾਂ ਨੇ ਦੱਸਿਆ ਆਪਣੇ ਵਾਰਸਾਂ ਬਾਰੇ। ਪਰ ਜਦੋਂ ਅਸੀਂ ਗਏ ਉੱਥੇ ਮੰਨਣ ਨੂੰ ਕੋਈ ਤਿਆਰ ਨਹੀਂ ਸੀ। ਜਿਹੜੇ ਫੈਮਿਲੀ ਸੀ ਅਲੱਗ-ਅਲੱਗ ਜਗ੍ਹਾ ਜੌਬ ਕਰਦੀ ਸੀ, ਕੋਠੀ ਬਹੁਤ ਵੱਡੀ ਬਣਾਈ। ਗੁਆਂਢੀਆਂ ਨੇ ਦੱਸਿਆ, ਕਹਿੰਦੇ ਵੀ ਇਹ UK ਰਹਿੰਦਾ ਸੀ, ਵੀ ਇਹਨੇ ਬਹੁਤ ਪੈਸਾ ਕਮਾਇਆ, ਬੜੀ ਜਗ੍ਹਾ ਇਹਨਾਂ ਨੇ ਪ੍ਰੋਪਰਟੀ ਜਿਹੜੀ ਹੈਗੀ ਹੈ ਵੀ ਬੜੀ ਪ੍ਰੋਪਰਟੀ ਬਣਾਈ। ਤੇ ਉਹ ਮਤਲਬ ਹੋਇਆ ਇੱਦਾਂ ਵੀ ਉੱਥੇ ਪੈਰਾਲਾਈਸਿਸ ਹੋ ਗਿਆ, ਆਪਣੇ ਘਰ ਨੂੰ ਆ ਗਿਆ। ਉੱਥੇ UK ਰਹਿੰਦੇ ਸੀ ਇਹ, ਤੇ ਜਦੋਂ ਇੱਥੇ ਆਏ ਤੇ ਦੁਬਾਰਾ ਫਿਰ ਉਹਨਾਂ ਨੂੰ ਪੈਰਾਲਾਈਸਿਸ ਹੋ ਗਈ। ਜਦੋਂ ਦੁਬਾਰੇ ਹੋ ਗਿਆ ਫਿਰ ਉਹ ਵਿਚਾਰਾ ਆਪਣੀ ਪਾਣੀ ਪੀਣ ਦੇ ਵੀ ਸਮਰੱਥ ਹੋ ਗਿਆ। ਉਹ ਸਾਡੇ ਕੋਲ ਲਵਾਰਸ ਕਹਿ ਕੇ ਦਾਖਲ ਕਰਾ ਗਏ। ਤੇ ਅਸੀਂ ਜਦੋਂ ਉਹਨੇ ਪੁੱਛਿਆ ਵੀ ਮੈਨੂੰ ਮੇਰੇ ਘਰਦਿਆਂ ਨੂੰ ਮਿਲਾ ਦਿਓ, ਮੈਂ ਘਰਦਿਆਂ ਵਾਸਤੇ ਬਹੁਤ ਕੁਝ ਕੀਤਾ। ਤੇ ਚਲੋ ਅਸੀਂ ਤਰੀਕੇ ਨਾਲ ਗੱਲ ਕੀਤੀ ਵੀ ਅਜੇ ਘਰ ਦੇ ਮੰਨਣ ਨੂੰ ਤਿਆਰ ਨਹੀਂ ਹੈਗੇ। ਤੇ ਉਹਨੂੰ ਸਦਮਾ ਜਿਹਾ ਲੱਗਿਆ, ਫਿਰ ਹਸਪੀਟਲ ਸ਼ਿਫਟ ਕੀਤਾ। ਉਹਦਾ ਉੱਥੇ ਇਲਾਜ ਚੱਲਦਾ ਰਿਹਾ, ਕਾਫੀ ਲੰਮਾ ਸਮਾਂ ਇਲਾਜ ਚੱਲਿਆ। ਆਪਣੇ ਨੂੰ ਮਿਲਣ ਲਈ ਤਰਸਦਾ ਹੀ ਰਿਹਾ ਵਿਚਾਰਾ। ਘਰ ਦੇ ਮੰਨੇ ਨਹੀਂ, ਨਾ ਜੀਵਨ ਸਾਥੀ, ਨਾ ਬੱਚਾ, ਤੇ ਨਾ ਕੋਈ ਉਹਨਾਂ ਦਾ ਬ੍ਰਦਰ, ਨਾ ਫਾਦਰ ਇਨ ਲਾ। ਤੇ ਫਿਰ ਅਖੀਰ ਨੂੰ ਇੱਕ ਦਿਨ ਉਹ ਚੜ੍ਹਾਈ ਕਰ ਗਿਆ ਹਸਪੀਟਲ ਚੰਡੀਗੜ੍ਹ ਹੀ। ਤੇ ਉਹਦਾ ਜਦੋਂ ਪੋਸਟਮਾਰਟਮ ਕਰਾਉਣ ਲੱਗੇ, ਕਹਿੰਦੇ ਵੀ ਇਸ ਦੀ 72 ਘੰਟੇ ਬੋਡੀ ਰੱਖਣੀ ਪੈਣੀ ਹੈ। ਮੈਂ ਕਿਸ ਕਰਕੇ? ਕਹਿੰਦੇ ਵੀ ਵਾਰਸ ਲੱਭਣ ਲਈ। ਮੈਂ ਕਹਿੰਦਾ ਵਾਰਸਾਂ ਦੇ ਹੁੰਦੇ ਲਵਾਰਸ ਹੋ ਗਏ। ਇੱਕ ਇਹ ਵੀ ਕੈਟਾਗਰੀ ਜਿਹੜੀ ਵਾਰਸਾਂ ਦੇ ਹੁੰਦੇ ਲਵਾਰਸ ਹੋ ਗਈ।
ਤੇ ਉਹਨਾਂ ਨੇ ਤਾਂ ਗੱਲ ਕੀਤੀ, ਕੋਈ ਮੰਨਿਆ ਹੀ ਨਹੀਂ ਵੀ ਅਸੀਂ ਵਾਰਸ ਹਾਂ ਇਹਦੇ। ਤੇ ਅਖੀਰ ਤੇ ਫਿਰ ਇਹਨਾਂ ਨੇ ਜਦੋਂ ਕਿਹਾ ਵੀ ਉਹਦਾ ਡੈਥ ਹੋ ਗਈ ਹੈ, ਪ੍ਰਭ ਆਸਰਾ 'ਚ ਦਾਖਲ ਸੀ, ਉਹ ਕਹਿੰਦੇ ਉਸੇ ਫੋਨ ਤੇ ਕਹਿੰਦੇ ਵੀ ਸਾਨੂੰ ਹਰ ਕੀਮਤ ਤੇ ਡੈੱਡ ਬੋਡੀ ਚਾਹੀਦੀ ਹੈ। ਕਹਿੰਦੇ ਇਹਦੀ ਪ੍ਰਾਪਰਟੀ ਬਹੁਤ ਹੈਗੀ, ਅਸੀਂ ਪ੍ਰਾਪਰਟੀ ਕਿਵੇਂ ਨਾ, ਸਾਨੂੰ ਡੈਥ ਸਰਟੀਫਿਕੇਟ ਚਾਹੀਦਾ। ਮਤਲਬ ਪ੍ਰਾਪਰਟੀਆਂ ਦੇ ਵਾਰਸ ਬਹੁਤ ਹੈ, ਪਰ ਜਿਸ ਵੇਲੇ ਉਹ ਬੇਵਸ ਤੇ ਲਾਚਾਰ ਹੈ, ਉਹਨਾਂ ਬੇਵਸ ਤੇ ਲਾਚਾਰ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਵਾਰਸ ਨਹੀਂ ਹੈ, ਉਹਨਾਂ ਦੀਆਂ ਪ੍ਰਾਪਰਟੀਆਂ ਦੇ ਵਾਰਸ ਹੈ। ਇਸ ਕਰਕੇ ਇਹ ਵੀ ਬਹੁਤ ਵੱਡਾ ਇੱਕ ਦੁਖਾਂਤ ਹੈ। ਮੈਂ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਵੀ ਜਿਹੜੇ ਇਸ ਤਰ੍ਹਾਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਇਗਨੋਰ ਕਰਦੇ ਆ, ਉਹਨਾਂ ਦੀਆਂ ਪ੍ਰਾਪਰਟੀਆਂ ਸਰਕਾਰ ਅਕਵਾਇਰ ਕਰੇ ਤੇ ਜਿਹੜੇ ਲੋੜਵੰਦ ਨਾਗਰਿਕ ਇਹਨਾਂ ਲਈ ਮਤਲਬ ਰੀਹੈਬ ਸੈਂਟਰ ਬਣਾਵੇ, ਤਾਂ ਜੋ ਦੂਜਿਆਂ ਨੂੰ ਤਾਂ ਕੰਨ ਹੋ ਜਾਣ ਕਿ ਹਾਂ ਅਸੀਂ ਇਹਨਾਂ ਨੂੰ ਇਗਨੋਰ ਕਰਕੇ ਇਹਨਾਂ ਦੀ ਪ੍ਰਾਪਰਟੀ ਦੇ ਵਾਰਸ ਨਹੀਂ ਬਣ ਸਕਦੇ। ਇੱਦਾਂ ਦੇ ਵੀ ਚੰਡੀਗੜ੍ਹ ਦੇ ਵਿੱਚ ਹੋਟਲਾਂ ਵਾਲੇ, ਉਹਨਾਂ ਦੇ ਮਤਲਬ ਬ੍ਰਦਰ ਜਿਹੜੇ ਕਿ ਸਾਡੇ ਕੋਲ ਜ਼ਿੰਦਗੀ ਦੇ ਅਖੀਰਲੇ ਦਿਨ ਗੁਜ਼ਾਰ ਕੇ ਗਏ ਆ, ਫਿਰ ਮਤਲਬ ਸੀਰੀਅਸ ਸੀ, ਹਸਪਤਾਲ ਦੇ ਵਿੱਚ ਦਾਖਲ ਹੋਏ ਆ, ਆਓ ਵੀ ਆਪਣੇ ਨੂੰ ਮਿਲਣ ਲਈ ਤਰਸ ਦੇ ਸੰਸਾਰ ਤੋਂ ਚਲੇ ਗਏ। ਪਰ ਏਡੇ ਹੋਟਲਾਂ ਦੇ ਮਾਲਕ, ਉਹਨਾਂ ਨੇ ਮਿਲਣ ਦੀ ਵੀ ਖੇਚਲ ਨਹੀਂ ਕੀਤੀ। ਇਹ ਬਹੁਤ ਸਾਰਾ ਇੱਕ ਸਰਕਾਰ ਨੂੰ ਬੇਨਤੀ ਹੈ ਤੁਹਾਡੇ ਥਰੂ ਕਿ ਇਸ ਤਰ੍ਹਾਂ ਦੀ ਪਾਲਿਸੀ ਬਣੇ ਕਿ ਜਿਹਨੇ ਵੀ ਆਪਣੇ ਪਰਿਵਾਰ ਦੇ ਮੈਂਬਰ ਨੂੰ ਨਜ਼ਰਅੰਦਾਜ਼ ਕਰ ਦਿੱਤਾ ਵੀ ਉਹਦੀ ਪ੍ਰਾਪਰਟੀ ਬਸ ਸਰਕਾਰ ਜਿਹੜੀ ਹੈਗੀ ਆ ਉਹ ਅਕਵਾਇਰ ਕਰੇਗੀ ਤੇ ਇਹਨਾਂ ਲਈ ਰੀਹੈਬ ਸੈਂਟਰ ਬਣਾਵੇਗੀ। ਇੱਦਾਂ ਦੀਆਂ ਬਹੁਤ ਸਾਰੀਆਂ ਦਰਦ ਭਰੀਆਂ ਕਹਾਣੀਆਂ ਹੈ। ਤੇ ਮਾਤਾ ਜੀ ਵੀ ਬਹੁਤ ਵਧੀਆ ਆਪਣੇ ਘਰ ਦੇ ਵੀ ਜ਼ਿੰਦਗੀ ਚੱਲਦੀ, ਬੱਚੇ ਸਾਰੇ ਜਿਹੜੇ ਹੈਗੇ ਇਹਨਾਂ ਦੇ ਮਤਲਬ ਪਾਲੇ ਪੜ੍ਹਾਏ, ਆਪਣੇ ਫਰਜ਼ ਸਾਰੇ ਨਿਭਾਏ। ਪਰ ਬੱਚਿਆਂ ਨੇ ਕਿਤੇ ਫਿਰ ਜਦੋਂ ਉਹਨਾਂ ਦੀ ਜ਼ਿੰਮੇਵਾਰੀ ਆਈ ਤੇ ਉਹਨਾਂ ਨੇ ਉਹ ਫਰਜ਼ ਆਪਣੇ ਸਮਝੇ ਨਹੀਂ ਹੈਗੇ। ਕਿਹੜੀ ਜਗ੍ਹਾ ਤੋਂ ਮਾਤਾ ਜੀ ਤੁਸੀਂ? ਚਮਕੌਰ ਸਾਹਿਬ। ਚਮਕੌਰ ਸਾਹਿਬ। ਹਾਂਜੀ, ਕਿੰਨੇ ਟਾਈਮ ਤੋਂ ਇੱਥੇ? ਪਿਛਲੇ ਸਾਲ ਆਈ ਤੀ ਜੀ, ਮਾਰਚ ਵਿੱਚ। ਠੀਕ ਹੈ, ਇੱਥੇ ਜੀ ਲੱਗਿਆ ਹੋਇਆ? ਹਾਂਜੀ, ਲੱਗਿਆ ਵਾ ਜੀ। ਤਾਂ ਵੀਰ ਜੀ ਵਿਚਾਰੇ ਠੀਕ ਆ, ਹਾਂ ਬਥੇਰਾ ਕਰਦੇ ਆ ਇਹ ਸਾਡਾ। ਘਰ ਦੀ ਯਾਦ ਨਹੀਂ ਆਉਂਦੀ ਕਦੇ? ਘਰ ਦੀ ਯਾਦ ਤਾਂ ਬੇਟੇ ਆਉਂਦੀ, ਹੁਣ ਕਰੀਏ ਕਿ ਜਾਈਏ ਕਿੱਥੇ, ਜਾਈਏ ਕਿੱਥੇ। ਬੱਚੇ ਅਮਰੀਕਾ ਵਿੱਚ, ਕੁੜੀ ਦੇ ਪਰਿਵਾਰ ਸਾਰਾ ਇੱਥੇ ਵਿਆਹੀ ਹੋਈ ਪਟਿਆਲੇ। ਕਦੇ ਮਿਲਣ ਨਹੀਂ ਆਏ? ਨਾ ਜੀ, ਕੋਈ ਨਹੀਂ ਆਇਆ 1.5 ਸਾਲ ਵਿੱਚ। ਪਿੰਡ ਦੇ ਆਏ ਤੇ ਇੱਕ ਦਿਨ ਮਿਲਣ ਪਿੱਛੇ। ਪਿੰਡ ਦੇ ਆਏ ਸੀ? 2 ਮਹੀਨੇ ਹੋ ਗਏ। ਹਾਂਜੀ, ਉਹਨਾਂ ਨੂੰ ਪਤਾ ਲੱਗਿਆ ਹੋਣਾ ਵੀ ਉੱਥੇ ਰਹਿੰਦੀ। ਪਤਾ ਬੱਚਿਆਂ ਨੂੰ ਵੀ ਹੋਊਗਾ ਜਿਵੇਂ? ਜੀ, ਹੋਰ ਉਹਨਾਂ ਨੂੰ ਵੀ ਪਤਾ ਹੀ ਹੋਣਾ। ਹਾਂਜੀ, ਮੈਂ ਤਾਂ ਚਲੋ ਜੇ ਇਹ ਅਰਦਾਸ ਕਰਦੀ ਹਾਂ ਸਵੇਰੇ ਉੱਠ ਕੇ ਵੀ ਸੁੱਖ ਸ਼ਾਂਤੀ ਨਾਲ ਰਹਿਣ ਆਪਣੇ ਘਰਾਂ ਵਿੱਚ, ਜਿੱਥੇ ਜਿੱਥੇ ਬੈਠੇ ਹਾਂ, ਇਹੀ ਕਹਿਣਾ। ਮਾਂ ਦੀ ਕਾਫੀ ਘਾਲਣਾ ਹੁੰਦੀ ਆ ਬੱਚੇ ਨੂੰ, ਪਹਿਲਾਂ 9 ਮਹੀਨੇ ਪੇਟ ਦੇ ਵਿੱਚ ਰੱਖਣਾ, ਉਸ ਤੋਂ ਬਾਅਦ ਪਾਲਣਾ, ਜਿੰਨੀ ਦੇਰ ਵੱਡਾ ਨਹੀਂ ਹੁੰਦਾਗਾ, ਜਦੋਂ ਵੱਡਾ ਹੋ ਜਾਂਦਾ ਉਦੋਂ ਵੀ ਖਿਆਲ ਰਹਿੰਦਾ ਠੀਕ ਹੋਵੇ ਜਿੱਥੇ ਵੀ ਹੈ। ਤੇ ਪਾਲੇ ਦੋਤੇ ਪਾਲੇ, ਪੋਤੀ ਹੈ ਇੱਕ, 2 ਦੋਤੇ, ਇੱਕ ਦੋਤੀ, ਉਹ ਪਾਲੇ, ਉਹ ਬਾਹਰ ਨੂੰ ਹੁਣ ਅਮਰੀਕਾ ਵਿੱਚ, ਉਹ ਭੇਜੇ ਬਾਹਰ। ਪਹਿਲਾਂ ਹਾਂਗਕਾਂਗ ਗਏ, ਹਾਂਗਕਾਂਗ ਤੇ ਅਮਰੀਕਾ ਚਲੇ ਗਏ। ਉਹਨਾਂ ਦਾ ਮੈਂ ਕਰਦੀ ਸੀ ਸਾਰਾ ਕੰਮ ਕਾਰ, ਸਾਰਾ ਦੇਖਭਾਲ ਮੈਂ ਉਹ ਪਾਲੇ ਆ ਜੀ। ਦੇਖੋ ਆਪਣੇ ਫਰਜ਼ ਕਿੱਦਾਂ ਨਿਭਾਏ ਇਹਨਾਂ ਨੇ, ਪੂਰੀ ਕਿੰਨੀ ਮਿਹਨਤ ਕੀਤੀ ਹੈ, ਪਾਲੇ ਵੀ ਹੈ, ਪੜ੍ਹਾਏ ਵੀ ਹੈ, ਸੈੱਟ ਕੀਤੇ ਹੈ। ਪਰ ਅੱਜ ਜਦੋਂ ਮਤਲਬ ਲੋੜ ਪਈ ਹੈ ਮਾਤਾ ਨੂੰ, ਤੇ ਉਸ ਵੇਲੇ ਮਾਂ ਨੂੰ ਭੁੱਲ ਗਏ, ਬੜੇ ਬੁਰੀ ਤਰ੍ਹਾਂ ਭੁੱਲ ਗਏ ਹੈਗੇ। ਇਸ ਵੇਲੇ ਮਿਲਣ ਤੱਕ ਨਹੀਂ ਆਏ। ਤੇ ਮਤਲਬ ਗੱਲ ਤੇ ਉਹੀ ਹੈ, ਜੇ ਅਸੀਂ ਸੋਚੀਏ ਵੀ ਜੇ ਸਾਡੇ ਜਿਹੜੇ ਬੱਚਿਆਂ ਨੂੰ ਹੁਣ ਅਸੀਂ ਪੜ੍ਹਾ ਰਹੇ ਹਾਂ, ਲਿਖਾ ਰਹੇ ਹਾਂ, ਜੇ ਕੱਲ੍ਹ ਨੂੰ ਸਾਨੂੰ ਇਹਦਾ ਇਗਨੋਰ ਕਰ ਦੇਣਗੇ, ਸਾਨੂੰ ਕਿੱਦਾਂ ਦਾ ਲੱਗੂਗਾ। ਜੇ ਮਾੜਾ ਜਿਹਾ ਹੁਣ ਅੱਜ ਅਸੀਂ ਆਪਣੇ ਬਜ਼ੁਰਗਾਂ ਦੀ ਖੜ੍ਹ ਕੇ ਸੋਚ ਲਈਏ ਵੀ ਸਾਡੇ ਨਾਲ ਇੱਦਾਂ ਹੋਊਗੀ, ਸਾਨੂੰ ਕਿੱਦਾਂ ਲੱਗੂਗਾ, ਮੈਨੂੰ ਲੱਗਦਾ ਫਿਰ ਵੀ ਸਾਡੇ ਦਿਮਾਗ 'ਚ ਆ ਜਾਂਦੀ ਵੀ ਨਹੀਂ, ਸਾਡਾ ਬਜ਼ੁਰਗਾਂ ਪ੍ਰਤੀ ਫਰਜ਼ ਬਣਦਾ ਹੈ। ਕੋਈ ਨਹੀਂ, ਮਾਤਾ ਜੀ ਤਾਂ ਬਹੁਤ ਸਟਰੋਂਗ ਹੈ, ਪਰਮਾਤਮਾ ਦੀ ਕਿਰਪਾ ਹੈ ਵੀ ਚਲੋ ਨਹੀਂ ਫਿਕਰ ਕਰਦੇ ਵੀ ਕੋਈ ਗੱਲ ਨਹੀਂ, ਵੀ ਮੈਂ ਤਾਂ ਆਪਣੇ ਫਰਜ਼ ਨਿਭਾ ਲਿਆ। ਆਪ ਸਾਰਾ ਕੰਮ ਕਰਦੀ ਹਾਂ ਆਪਣਾ, ਕੁਰਸੀ ਤੇ ਬੈਠ ਕੇ ਧੋ ਲੈਣੀ ਕੱਪੜੇ, ਸਾਰਾ ਕੰਮ ਆਪ ਕਰਦੀ ਹਾਂ। ਹਾਂਜੀ, ਠੀਕ ਠਾਕ ਹੈ। ਕਿਹਾ ਜਾਂਦਾ ਵੀ ਰਿਸ਼ਤੇ ਖੂਨ ਦੇ ਨਹੀਂ ਹੁੰਦੇ, ਪਿਆਰ ਦੇ ਹੁੰਦੇ ਆ, ਮੋਹ ਦੇ ਹੁੰਦੇ ਆ। ਤੁਸੀਂ ਇੱਥੇ ਆਏ ਹੋ, ਇੱਥੇ ਵੀ ਰਿਸ਼ਤੇ ਬਣੇ ਹੋਣਗੇ, ਭੈਣ ਭਰਾ ਇਹ ਵੀ ਬੈਠੇ ਨੇ ਨਾਲ ਤੁਹਾਡੇ, ਹੋਰ ਵੀ ਨੇ ਬਥੇਰਾ ਜੀ, ਬਹੁਤ ਇਹਦੇ ਨਾਲ। ਹਾਂਜੀ, ਅਸੀਂ ਇਕੱਠੇ ਹੀ ਸਵੇਰੇ ਖਾਣਾ ਖਾਣੇ, ਬਹਿ ਕੇ ਇਕੱਠੇ ਹੀ ਚਾਹ ਪੀਣੀ ਹੈ। ਇਹਨਾਂ ਨੂੰ ਵੀ ਲੈ ਕੇ ਦਿੰਦੀ ਮੈਂ ਉੱਠ ਕੇ। ਹਾਂਜੀ, ਇਹਨਾਂ ਦੀ ਲੱਤ ਦੁਖਦੀ ਵਿਚਾਰਿਆਂ ਦੀ। ਬੇਟੇ ਕਿਆ ਕਰਨਾ, ਜ਼ਿੰਦਗੀ ਦੇ ਰਾਗ ਹੈ, ਚੱਲੀ ਜਾਣੀ ਇੱਕ ਨੇ। ਇੱਥੇ ਪਹੁੰਚੇ ਕਿਵੇਂ ਸੀਗੇ ਤੁਸੀਂ? ਆ ਗਈ ਤੀ ਜੀ ਆਪਣੇ ਘਰ, ਖੁਦ ਆ ਗਏ ਸੀ, ਚੱਲ ਕੇ ਆ ਗਏ? ਮੈਂ ਬਿਮਾਰ ਤੀ, ਮੈਂ ਟੈਂਪੂ ਕਰਕੇ ਆ ਗਈ ਘਰੋਂ। ਵੀਰ ਜੀ ਨੂੰ ਕਿਹਾ, ਵੀਰ ਜੀ ਕਹਿੰਦੇ ਵੀ ਨਹੀਂ ਤੁਸੀਂ ਵੀ ਰਹਿਣਾ ਹੀ ਜਗ੍ਹਾ ਨਹੀਂ। ਮੈਂ ਕਿਹਾ ਨਹੀਂ ਵੀਰ ਜੀ, ਮੈਂ ਤਾਂ ਰਹਿਣਾ ਹੀ ਇੱਥੇ ਹੀ ਹੈ, ਜੋ ਮਰਜ਼ੀ ਕਰੋ, ਵੀ ਮੇਰਾ ਕੋਈ ਦਵਾਈ ਬੂਟੀ ਦਾਉਣੇ ਵਾਲਾ ਵੀ ਨਹੀਂ ਹੈਗਾ ਘਰ। ਲੜਕਾ ਆਪਣੀ ਛਾਲੀ ਦੇ ਘਰ ਰਹਿੰਦਾ। ਇਹ ਮਾਤਾ ਜੀ, ਤੁਸੀਂ ਮਾਤਾ ਜੀ ਕਿੱਥੋਂ? ਮੈਂ ਰਾਮਸਰ ਤੇ ਹੀ। ਰਾਮਸਰ ਤੋਂ? ਹਾਂ, ਜੀ।
ਕਿੰਨੇ ਟਾਈਮ ਤੋਂ ਇੱਥੇ ਹੋ? ਮੈਨੂੰ 2 ਸਾਲ ਹੋ ਗਿਆ ਉਰੀ ਅੱਜ ਜੀ ਲੱਗਿਆ ਇੱਥੇ ਪੂਰਾ? ਜੀ ਨਹੀਂ ਵੇ ਮੇਰੀ ਉੱਚੀ ਲੱਗ ਰਹੀ ਮੈਨੂੰ ਤਾਂ ਵੀ ਕਦੀ ਜੇ ਨਾਲਾਗੜ ਭਜੋਇਦਾ ਮੈਨੂੰ ਨਾਲਾਗੜ ਯਾਦ ਆਉਂਦਾ ਹੈ ਹਾਂ ਪਿੰਡ ਯਾਦ ਆਉਂਦਾ? ਹਾਂ ਨਾਲਾਗੜ ਯਾਦ ਆਉਂਦਾ। ਕੋਈ ਨਹੀਂ, ਆਪਾਂ ਕੋਸ਼ਿਸ਼ ਕਰਾਂਗੇ ਹੁਣ ਵੀ ਜਲਦੀ ਘਰ ਲੱਭ ਜਾਵੇ ਤੇ ਵੀ ਦੁਬਾਰੇ ਫਿਰ ਕਿਹਨਾਂ ਤੋਂ ਨਾਰਾਜ਼ ਹੋ ਗਏ ਸੀ? ਬਸ ਬਹੂਆਂ ਤੇ ਨਾਰਾਜ਼ ਹੋਈ ਗਈ ਸੀ। ਕੀ ਕਰਦੀ ਸੀ ਬਹੂ? ਬਹੂਆਂ ਨੇ ਕੀ ਕਰਨਾ ਬਸ ਲੜਾਈ ਕਰਦੀਆਂ ਥੀਆਂ ਆਪਸ ਵਿੱਚ ਹੀ। ਅੱਛਾ, ਤੇ ਮਨ ਖਟਾ ਹੋਈਗਾ ਸਾਲਾ ਆਪਣਾ ਦਿਲ ਖਰਾਬ। ਰੋਟੀ ਦੀ ਮੁਸ਼ਕਲ ਤਾਂ ਨਹੀਂ ਸੀ ਹੁੰਦੀ? ਨਾ ਰੋਟੀ ਤਾਂ ਦਿੰਦੀਆਂ, ਰੋਟੀ ਦਿੰਦੀਆਂ ਖਾਣੇ ਨੂੰ। ਅੱਛਾ। ਹਾਂ ਰੋਟੀ ਫਿਰ ਘਰੋਂ ਕਿਉਂ ਨਿਕਲੇ ਸੀ? ਘਰਾਂ ਤੇ ਆਈ ਜੀ ਮੈਂ ਹੀ ਲੜਾਈ ਹੁਣ ਕਰਕੇ? ਲੜਾਈ ਨਹੀਂ ਮੈਂ ਨਹੀਂ ਕੀਤੀ ਲੜਾਈ। ਕਿਹਨੇ ਕੀਤੀ ਸੀ ਲੜਾਈ ਤੇ ਇਹਨਾਂ ਨੇ ਕੀਤੀ ਮੇਰੇ ਨਾਲ, ਮੈਂ ਨਹੀਂ ਕੀਤੀ ਲੜਾਈ। ਕਿਹਨੇ ਕੀਤੀ ਤੁਹਾਡੇ ਨਾਲ ਲੜਾਈ? ਬਹੂਆਂ ਨੇ। ਬਹੂਆਂ ਨੇ? ਹਾਂ। ਕੋਈ ਨੀ, ਆਪਾਂ ਸਮਝਾਵਾਂਗੇ, ਮਿਲ ਜਾਣ ਇੱਕ ਵਾਰ ਹਾਂ ਫਿਰ ਸਮਝਾਵਾਂਗੇ ਵੀ ਐਦਾਂ ਮਾਂ ਨਾਲ ਲੜਾਈ ਥੋੜਾ ਕਰੀਦੀ ਹੈ। ਹਾਂ ਹਾਂ, ਮਾਂ ਤੋਂ ਤਾਂ ਹੋਰ ਵੱਡਾ ਸਾਡਾ ਰਿਸ਼ਤਾ ਕਿਹਦੇ ਨਾਲ ਹੋਣਾ ਫਿਰ? ਹਾਂ ਸਮਝਾਵਾਂਗੇ ਅਸੀਂ ਵੀ ਮਾਂ ਨਾਲ ਨਹੀਂ ਲੜਾਈ ਕਰਨੀ, ਠੀਕ ਹੈ? ਹੌਸਲਾ ਰੱਖੋ, ਪਰਮਾਤਮਾ ਜਲਦੀ ਜਲਦੀ ਮਿਲਾਊਗਾ, ਠੀਕ ਹੈ? ਤਾਂ ਵੀਰ ਜੀ ਜਿਹੜੇ ਹੋਰ ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਮਾਤਾ ਜੀ ਕਹਿੰਦੇ ਵੀ ਮੈਂ ਚੱਲ ਕੇ ਹੀ ਆ ਗਈ ਸੀਗੀ, ਉਦੋਂ ਤੁਸੀਂ ਕੰਟੈਕਟ ਨਹੀਂ ਕੀਤਾ ਘਰਦਿਆਂ ਦੇ ਨਾਲ ਉਹਨਾਂ ਦੇ? ਨਹੀਂ, ਉਹ ਤਾਂ ਸੁਣਨ ਨੂੰ ਤਿਆਰ ਨਹੀਂ ਹੈਗੇ। ਕੀਤਾ ਸੀ ਕੋਸ਼ਿਸ਼, ਬਿਲਕੁਲ ਸੁਣਨ ਨੂੰ ਤਿਆਰ ਨਹੀਂ ਹੈਗੇ ਕਿ ਸਾਡੇ ਨਾਲ ਨਾ ਗੱਲ ਕਰੋ। ਇੱਕ ਕੇਸ ਨਹੀਂ ਹੈ, ਇੱਦਾਂ ਦੇ ਬਹੁਤ ਸਾਰੇ ਕੇਸ ਹੈ ਜਿਨ੍ਹਾਂ ਦੇ ਬੱਚਿਆਂ ਨੇ ਸੁਣਨ ਨੂੰ ਬਿਲਕੁਲ ਇਨਕਾਰ। ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ, ਜਿਹੜੇ ਮੰਨਣ ਨੂੰ ਵੀ ਤਿਆਰ ਨਹੀਂ ਕਿ ਅਸੀਂ ਨਹੀਂ ਜਾਣਦੇ। ਜਿਹੜੀ ਆਪਾਂ ਨਵਾਂ ਸ਼ਹਿਰ ਵਾਲੀ ਗੱਲ ਕਰ ਰਹੇ ਸੀ, ਉਹ ਵੀ ਮੰਨਣ ਨੂੰ ਤਿਆਰ ਨਹੀਂ ਸੀ ਕਿ ਅਸੀਂ ਜਾਣਦੇ ਨਹੀਂ ਹੈਗੇ। ਜਦੋਂ ਉਹਨਾਂ ਦੀ ਗੱਲ ਆਈ ਹੋਈ ਡੈਥ, ਤੇ ਉਸ ਵੇਲੇ ਕਹਿੰਦੇ ਉਹ ਵੀ ਸਾਨੂੰ ਇਹਨਾਂ ਦੀ ਡੈੱਡ ਬੋਡੀ ਚਾਹੀਦੀ ਹੈ। ਤੇ ਮਤਲਬ ਡੈੱਡ ਬੋਡੀਆਂ ਦੇ ਪ੍ਰੋਪਰਟੀਆਂ ਦੇ ਵਾਰਸ ਹੈ, ਇਹਨਾਂ ਦੇ ਵਾਰਸ ਨਹੀਂ ਹੈਗੇ। ਤੇ ਪ੍ਰਮਾਤਮਾ ਕਰੇ ਸੁਮਤ ਬਖਸ਼ੇ ਸਾਡੇ ਸਾਰੇ ਸਮਾਜ ਨੂੰ, ਖਾਸ ਕਰਕੇ ਸਾਡੇ ਹੈ ਨਾ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਬਹੁਤ ਸਾਰੇ ਪਿਆਰ ਨਾਲ ਆਪਣੇ ਪਰਿਵਾਰਾਂ ਨੂੰ ਸੰਭਾਲਦੇ ਆ, ਇਲਾਕੇ ਨੂੰ ਸੰਭਾਲਦੇ, ਉਹਨਾਂ ਨੂੰ ਤਾਂ ਸਲੂਟ ਹੈ। ਪਰ ਜਿਹੜੇ ਆਪਣੇ ਪੇਰੈਂਟਸ ਨੂੰ ਵੀ ਬਹੁਤ ਸਮਝਣ ਲੱਗ ਗਏ, ਉਹਨਾਂ ਨੂੰ ਸੋਚਣਾ ਚਾਹੀਦਾ ਵੀ ਕੱਲ੍ਹ ਨੂੰ ਉਹਨਾਂ ਨੇ ਵੀ ਬਜ਼ੁਰਗ ਹੋਣਾ ਹੈ, ਉਹਨਾਂ ਨੂੰ ਵੀ ਲੋੜ ਪੈਣੀ ਹੈ। ਤੇ ਇਸ ਕਰਕੇ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਕਿਸੇ ਨੂੰ ਵੀ ਬੋਝ ਨਾ ਸਮਝਿਆ ਜਾਵੇ ਤੇ ਆਪਣੇ ਫਰਜ਼ ਸਮਝ ਕੇ ਆਪਾਂ ਕੰਮ ਕਰੀਏ। ਇਹੀ ਸਾਨੂੰ ਸਟ੍ਰੈਸ ਤੇ ਡਿਪਰੈਸ਼ਨ ਚੋਂ ਬਚਾ ਸਕਦਾ ਤੇ ਜੀਵਨ ਨੂੰ ਤੇ ਸਮਾਜ ਨੂੰ ਖੁਸ਼ਹਾਲ ਬਣਾ ਸਕਦਾ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਅਸੀਂ ਕਿ ਵੀਰ ਸ਼ਮਸ਼ੇਰ ਸਿੰਘ ਪ੍ਰਭ ਆਸਰਾ ਟਰਸਟ ਤੋਂ। ਪ੍ਰਭ ਆਸਰਾ ਟਰਸਟ ਅਸੀਂ ਤੁਹਾਨੂੰ ਦਿਖਾ ਰਹੇ ਸੀ ਵੱਖ-ਵੱਖ ਜਿਹੜੀਆਂ ਮਾਤਾਵਾਂ ਨੇ, ਭੈਣਾਂ ਨੇ ਇੱਥੇ ਨੇ, ਤਾਂ ਕਹਿ ਰਹੇ ਨੇ, ਕਈ ਤਾਂ ਕਹਿੰਦੇ ਅਸੀਂ ਚੱਲ ਕੇ ਆ ਗਏ ਸੀਗੇ। ਕਹਿ ਰਹੇ ਨੇ ਪ੍ਰਾਪਰਟੀਆਂ ਦੇ ਵਾਰਸ ਬਹੁਤ ਨੇ ਪਰ ਸਾਡੇ ਵਾਰਸ ਕੋਈ ਨਹੀਂ ਆ। ਜਿਹੜੇ ਵਾਰਸ ਸੀਗੇ ਕਹਿੰਦੇ ਵਾਰਸਾਂ ਦੇ ਹੁੰਦਿਆਂ ਹੀ ਅਸੀਂ ਲਵਾਰਸ ਹੋ ਗਏ ਆ। ਸੋ ਵੀਰ ਜੀ ਵੀ ਕਹਿ ਰਹੇ ਆ ਕਿ ਉਹਨਾਂ ਲੋਕਾਂ ਨੂੰ ਵੀ ਜਿਹੜਾ ਆ ਸਮੱਤ ਮਿਲੇ, ਸਮੱਤ ਬਖਸ਼ੇ ਪ੍ਰਮਾਤਮਾ ਕਿ ਬਜ਼ੁਰਗਾਂ ਦੀ ਸੇਵਾ ਕਰੀਦੀ ਹੁੰਦੀ ਹੈ। ਇੱਥੇ ਵੀ ਜਿਹੜਾ ਤੁਸੀਂ ਦੇਖਿਆ, ਇੱਕ ਵਾਰ ਫਿਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ। ਹੋਰ ਵੀ ਜਿਹੜਾ ਇੱਥੇ ਭੈਣਾਂ ਮੌਜੂਦ ਨੇ, ਮਾਤਾਵਾਂ ਮੌਜੂਦ ਨੇ, ਬੱਚੇ ਵੀ ਜਿਹੜੇ ਵੱਖ-ਵੱਖ ਵਾਰਡ ਉਹਨਾਂ ਦੇ ਬਣੇ ਹੋਏ ਆ। ਤਾਂ ਇੱਥੇ ਸੇਵਾ ਜਿਹੜੀ ਕੀਤੀ ਜਾਂਦੀ ਹੈ ਤੇ ਇਹੀ ਆਸ ਦੇ ਨਾਲ ਇਹ ਸਾਰੇ ਇੱਥੇ ਜੀ ਰਹੇ ਨੇ, ਬੈਠੇ ਨੇ ਕਿ ਪਰਮਾਤਮਾ ਹੀ ਸਾਨੂੰ ਪਾਲ ਰਿਹਾ ਹੈ, ਇੱਕ ਦੂਜੇ ਦੇ ਨਾਲ ਮਿਲ ਕੇ ਰਹਿ ਰਹੇ ਨੇ। ਕਈ ਕਹਿ ਰਹੇ ਆ ਕਿ ਅਸੀਂ ਘਰ ਜਾਣਾ ਚਾਹੁੰਦੇ ਆ ਪਰ ਵਾਰਸ ਇਹਨਾਂ ਦੇ ਇਹ ਮੰਨਣ ਦੇ ਲਈ ਤਿਆਰ ਨਹੀਂ ਕਿ ਇਹ ਸਾਡੇ ਨੇ। ਪਰ ਪ੍ਰਭ ਆਸਰਾ ਮੰਨ ਰਿਹਾ ਕਿ ਇਹ ਸਾਡੇ ਨੇ, ਇਹ ਆਪਣੇ ਨੇ। ਕੈਮਰਾਮੈਨ ਸ਼ਮਸ਼ੇਰ ਦੇ ਨਾਲ ਮੈਂ ਸਿਮਰਨਜੀਤ ਸਿੰਘ, ਪ੍ਰੋ ਪੰਜਾਬ ਟੀਵੀ, ਮੋਹਾਲੀ।